गुड इवनिंग एवरीवन। गुड इवनिंग एवरीवन। ਅੱਜ ਆਪਾਂ ਨਿਊਮੈਰੀਕਲੀ ਡਿਸਕਸ ਕਰਨੇ ਨੇ। ਠੀਕ ਹੈ, ਸਿੰਪਲ ਸਿੰਪਲ ਹੋਣਗੇ, ਧਿਆਨ ਨਾਲ ਦੇਖੀ ਚੱਲੋ, ਕਰੀ ਚੱਲੋ। ਆਵਾਜ਼ ਸਾਰਿਆਂ ਨੂੰ ਸਹੀ ਆ ਰਹੀ ਹੈ? गुड इवनिंग सर। गुड इवनिंग जी। आवाज़ सारिਆਂ ਨੂੰ सही आ रही है? सर हाँ जी। गुड इवनिंग गुड इवनिंग जी। बोलो बच्चे, गगन। सर ਜਿਹੜੀ ਕੱਲ ਵੇਰੀਏਸ਼ਨ ਆਫ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਐਂਡ ਡਿਊ ਟੂ ਡੈਪਥ ਕੀ ड्यू ਸੀ टू ਸਰ, हाइट ਉਹ सी, ਸਮਝ ਤਾਂ ਆ ਗਈ। ड्यू टू ਸਰ ਇਹ ਐਵੇਂ हाइट। ਕਿਵੇਂ ਪਤਾ ਲੱਗਿਆ ਕਿ ਡਿਕਰੀਜ਼ ਹੁੰਦੀ ਆ? ਸਰ ਬਾਕੀ ਸਾਰਾ ਤਾਂ ਸਮਝ ਆ ਗਿਆ, ਡਿਕਰੀਜ਼ ਦਾ ਇਹ ਪਤਾ ਲੱਗਿਆ। आ देखो ध्यान ਨਾਲ, इक्वेशन देखो। ਆਪਣੇ ਕੋਲ ਹਾਈਟ ਦੇ ਕਾਰਨ ਫਾਰਮੂਲਾ ਬਣਦਾ ਹੈ ਜੀ ਡੈਸ਼ ਇਜ਼ ਇਕੁਅਲ ਟੂ ਜੀ ਇੰਟੂ ਆਰ ਓਵਰ ਆਰ ਪਲਸ ਐਚ ਦਾ ਹੋਲ ਸਕੇਅਰ। ਫਾਰਮੂਲਾ ਇਹੀ ਹੈ। ਡੈਪਥ ਦੇ ਕਾਰਨ ਫਾਰਮੂਲਾ ਹੁੰਦਾ ਹੈ ਜੀ ਡੈਸ਼ ਇਜ਼ ਇਕੁਅਲ ਟੂ ਜੀ ਇੰਟੂ 1 ਮਾਈਨਸ ਐਕਸ ਬਾਈ ਆਰ। ਹੁਣ ਧਿਆਨ ਨਾਲ ਦੇਖੋ, ਐਕਸ ਹੈ ਆਪਣੇ ਕੋਲ ਡੈਪਥ ਫਰੋਮ ਦਾ ਸਰਫੇਸ। ਡੈਪਥ ਫਰੋਮ ਦਾ ਸਰਫੇਸ ਹੈ ਤਾਂ ਆਪਣੇ ਕੋਲ ਜਿਵੇਂ ਜਿਵੇਂ ਐਕਸ ਵਧੂਗਾ, ਆ ਮਲਟੀਪਲਾਈਂਗ ਫੈਕਟਰ ਕੀ ਹੋਊਗਾ? ਚੇਂਜ ਕਰੂਗਾ। ਆ ਮਲਟੀਪਲਾਈਂਗ ਫੈਕਟਰ ਚੇਂਜ ਕਰੂਗਾ, ਵੈਲਿਊ ਘਟੀ ਜਾਊਗੀ। ਜਿਵੇਂ ਜਿਵੇਂ ਹਾਈਟ ਵਧੂਗੀ ਉਵੇਂ ਡਿਨੋਮੀਨੇਟਰ ਵੱਡਾ ਹੋ ਜੂ। ਡਿਨੋਮੀਨੇਟਰ ਵੱਡਾ ਹੋ ਜੂ ਤਾਂ ਨਿਊਮੈਰੀਕਲ ਵੈਲਿਊ ਛੋਟੀ ਹੁੰਦੀ ਹੈ ਵੱਡੀ ਹੁੰਦੀ ਹੈ? ਜੇ ਡਿਨੋਮੀਨੇਟਰ ਵੱਡਾ ਹੋਊਗਾ ਤਾਂ ਨੂਮੈਰੀਕਲੀ ਉਸ ਦੀ ਵੈਲਿਊ ਛੋਟੀ ਹੋਊਗੀ ਟਰਮ ਦੀ ਕਿ ਵੱਡੀ ਹੋਊਗੀ? ਛੋਟੀ ਹੋਊਗੀ। ਛੋਟੀ ਹੋਊਗੀ। ਇਸੇ ਲਈ ਆਪਣੇ ਕੋਲ ਹਾਈਟ ਹੋ ਗਿਆ, ਡੈਪਥ ਹੋ ਗਿਆ, ਦੋਨਾਂ ਦੇ ਕਾਰਨ ਆਪਣੇ ਕੋਲ ਵੈਲਿਊ ਕੀ ਕਰੂਗੀ? ਡਿਕਰੀਜ਼ ਕਰੂਗੀ। 5 ਕਲਾਸ 'ਚ ਆ ਗਿਆ ਬੱਚੇ? ਸਰ ਡੈਪਥ ਦੱਸਿਓ ਇੱਕ ਵਾਰ, ਡੈਪਥ 1 ਕਿਵੇਂ ਮਾਈਨਸ ਡਿਕਰੀਜ਼ ਕਰ? ਐਕਸ। ਐਕਸ ਕੀ ਆਪਣੇ ਕੋਲ ਕੁਝ ਵੀ ਵੈਲਿਊ ਪੁੱਟ ਕਰ ਲਓ। 1 ਮਾਈਨਸ ਲੈਟਸ ਸੇ 0.2 ਆ ਗਿਆ। ਹੁਣ ਟਰਮ ਨੂੰ ਆਪਾਂ ਨੇ 0.8 ਤੇ ਮਲਟੀਪਲਾਈ ਕਰਨਾ ਹੈ ਜੀ ਨੂੰ, ਤਾਂ ਆਪਣੇ ਕੋਲ ਵੈਲਿਊ ਤਾਂ ਘਟੂਗੀ। ਜੇ ਆਪਾਂ ਇੱਕ ਤੋਂ ਛੋਟੀ ਵੈਲਿਊ ਤੇ ਮਲਟੀਪਲਾਈ ਕਰਾਂਗੇ ਟਰਮ ਛੋਟੀ ਹੋਊਗੀ, ਜੇ ਇੱਕ ਤੋਂ ਵੱਡੀ ਟਰਮ ਤੇ ਮਲਟੀਪਲਾਈ ਕਰਾਂਗੇ ਟਰਮ ਵੱਡੀ ਹੋਊਗੀ। ਇੱਥੇ ਇਸ ਚੀਜ਼ 'ਚ ਵੀ ਆਪਣੇ ਕੋਲ ਆਰ ਬਾਈ ਆਰ ਪਲਸ ਐਚ ਦੀ ਵੈਲਿਊ ਇੱਕ ਤੋਂ ਛੋਟੀ ਹੋਊਗੀ, 1 ਮਾਈਨਸ ਐਕਸ ਬਾਈ ਆਰ ਦੀ ਵੈਲਿਊ ਵੀ ਇੱਕ ਤੋਂ ਛੋਟੀ ਹੋਊਗੀ। ਇਹ ਤਾਂ ਨੂਮੈਰੀਕਲੀ ਵੈਲਿਊਜ਼ ਨੂੰ ਦੇਖਣ ਦੀ ਚੀਜ਼ ਹੈ, ਇਹ 'ਚ ਕੋਈ ਆਰਟੀਕਲ ਦਾ ਪਾਰਟ ਨਹੀਂ ਆਉਂਦਾ। सर। 5 ਆ ਗਿਆ? सर ਲਾਸਟ ਕਲਾਸ 'ਚ ਕਿੱਥੇ ਸੀ? अच्छा, नेक्स्ट क्वेश्चन देखो। कैलकुलेट एक्सेलरेशन ड्यू टू ग्रेविटी। ਹੁਣ ਹੱਥ ਪੈਰ ਚਲਾ ਲਓ ਸਪੀਡ ਤੇ। ਠੀਕ ਹੈ, ਫਾਰਮੂਲੇ ਤੁਹਾਡੇ ਆ ਵਾਲੇ ਪੋਰਸ਼ਨ 'ਚ ਲਿਖੇ ਹੋਏ ਨੇ, ਇਹਨਾਂ ਫਾਰਮੂਲਿਆਂ ਨੂੰ ਯੂਜ਼ ਕਰਕੇ ਆਪਾਂ ਨੇ ਕੁਐਸਚਨ ਸੋਲਵ ਕਰਨੇ ਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਜੇ ਤੁਸੀਂ ਕੁਝ ਪੁੱਛ ਰਹੇ ਹੋ। स्टेटमेंट सारा दिख रही है? स्टेटमेंट नोट करो। होप सारा विजिबल हो रही है। एक्स हुंदा है सरफेस तो डिस्टेंस, जो अपने कोल एक्स हुंदा है, एक्स हुंदा है डायग्राम चेक कर लो, ये हुंदा अपने कोल अर्थ दी सरफेस तो डिस्टेंस कितनी डेप्थ, डेप्थ फ्रॉम अर्थ सरफेस। एक्स की होगा अपने कोल डेप्थ फ्रॉम अर्थ सरफेस होगा। लग गया पता सारे नू? कोई कुछ बोल क्यों नहीं रहा? यस नो करके कुछ तो जवाब दे दो।
Yes, sir. Yes. ਫਾਇਮ ਤੁਸੀਂ ਲਾਸਟ ਕਲਾਸ ਕਿੱਥੇ ਸੀ ਪੁੱਤ? ਅੱਜ ਵੀ ਬੱਚੇ ਘੱਟ ਨੇ, ਕੀ ਚੱਕਰ ਹੈ? टीशा, तन्वी, सुनैना, सोनाक्षी, सचिन, पीयूष, महक, कुणाल, जशन, मनीष है क्लास, हिमांशी भी है, गुरलीन, गगन, दिवांश भी आ गया, दानिश, अरुण, अनमोल, आरजू, अंकिता गायब आज। क्वेश्चन ਦੀ ਸਟੇਟਮੈਂਟ ਰੀਡ ਹੋਗੀ ਤਾਂ ਧਿਆਨ ਨਾਲ ਦੇਖੋ, ਇੱਕ ਆਪਣੇ Yes, ਕੋਲ sir. ਅਰਥ ਹੋ ਜੂ, ਇੱਕ ਆਪਣੇ ਕੋਲ ਪਲੈਨਟ ਹੋ ਜੂ। ਆਪਾਂ ਨੂੰ ਸਭ ਤੋਂ ਪਹਿਲਾਂ ਗਿਵਨ ਕੀ ਹੈ? ਆਪਾਂ ਨੂੰ ਗਿਵਨ ਹੈ ਕਿ ਰੇਡੀਅਸ 2 ਟਾਈਮਸ ਹੈ, ਤਾਂ ਆਰ ਡੈਸ਼ ਕਿਹਦੇ ਇਕੁਅਲ ਹੈ? 2r ਦੇ ਇਕੁਅਲ, ਠੀਕ ਹੈ। ਤੇ ਡੈਂਸਿਟੀ ਕਿੰਨੀ ਗਿਵਨ ਹੈ? ਰੋ ਡੈਸ਼ ਇਜ਼ ਇਕੁਅਲ ਟੂ 3 ਟਾਈਮ ਰੋ। ਰੋ ਡੈਸ਼ ਕਿਹਦੀ ਹੈ ਡੈਂਸਿਟੀ? ਪਲੈਨਟ ਦੀ ਡੈਂਸਿਟੀ। ਰੋ ਕਿਹਦੀ ਡੈਂਸਿਟੀ ਹੈ? Earth ਦੀ। ਅਰਥ ਦੀ ਡੈਂਸਿਟੀ ਹੈ। ਹੁਣ ਡੈਂਸਿਟੀ ਨਾਲ ਆਪਣੇ ਕੋਲ ਫਾਰਮੂਲਾ ਕੀ ਹੈ? ਡੈਂਸਿਟੀ ਦੇ ਨਾਲ ਆਪਣੇ ਕੋਲ ਫਾਰਮੂਲਾ ਕੀ ਬਣਦਾ ਹੈ? G is equal to 4/3 pi rho r, ਹੋਰ ਕੀ ਮਲਟੀਪਲਾਈ ਜਾਂਦਾ ਹੁੰਦਾ ਆਪਣੇ ਕੋਲ? 4/3 pi rho r ਜੀ। ਕੈਪੀਟਲ G, ਠੀਕ ਹੈ। ਪਲੈਨਟ ਵਾਸਤੇ ਹੋ ਜੂ G ਡੈਸ਼, ਕਿਹਦੇ ਕੋਲ ਹੋ ਜੂ 4/3 pi rho ਡੈਸ਼ r ਡੈਸ਼ ਤੇ G, ਬਸ ਦੋਨਾਂ ਨੂੰ ਡਿਵਾਈਡ ਕਰ ਦਿਓ, ਆਨਸਰ ਆ ਜੂ। ਡਿਵਾਈਡ ਸੈਕੰਡ ਵਿਦ ਫਸਟ ਇਕੁਏਸ਼ਨ, ਇਕੁਏਸ਼ਨਾਂ ਦੋਨਾਂ ਨੂੰ ਡਿਵਾਈਡ ਕਰ ਦਿਓ, ਦੇਖੋ ਕੀ ਬੰਦਾ ਆਪਣੇ ਕੋਲ G ਡੈਸ਼ ਬਾਈ G ਕਿਹਦੇ ਕੋਲ ਬਣ ਜੂ 4/3 ਪਾਈ ਰੋ ਆਰ ਜੀ, ਰੋ ਡੈਸ਼ ਤੇ ਆਰ ਡੈਸ਼ ਦਾ ਜੋ G ਕਾਂਸਟੈਂਟ ਹੈ, डिनोमिनेटर जो 4/3 पाई रो आर जी, 4/3 पाई कैंसल, जी नाल जी कैंसल, की बचा रो डैश बाय रो एंड आर डैश बाय आर। रो डैश बाय रो कितनी है 3, आर डैश बाय आर कितना अपने कोल 2। सारे क्लीयर? फॉर्मूला क्लीयर सारे? Yes, sir. नाल नोट करी चलो तुसी। Clear. फिर अपने कोल जी डैश बाय जी की वैल्यू बन गई 6, तो जी डैश कितना हो जाऊगा 6 टाइम जी, दैट इज जी की वैल्यू पुट करनी कर दो 10 पुट कर दो, इट वुड बी 60 मीटर पर सेकेंड स्क्वेयर। ये अपने को जी डैश की वैल्यू है। सारे क्लीयर किवें किया क्वेश्चन आपने? Yes, sir. Yes, sir. Yes, sir. स्टेटमेंट सारे नोट होगी, क्योंकि मैं स्टेटमेंट रिमूव करना है, ਇਹਦਾ ਸੈਕੰਡ ਪਾर्ट, इसे क्वेश्चन का सैकेंड पार्ट भी लिखना आपने। ਤੇ ਕੱਲ ਕੀਤਾ ਸੀ ਉਹ ਮੈਥਡ, ਸੈਕੰਡ ਪਾर्ट देखो की है, if weight of body is 20 kgf on earth, what will be its weight on this planet? तो इस planet ਦੇ ਉੱਤੇ ਉਹਦਾ weight ਕਿੰਨਾ ਹੋਊਗਾ? ਕੀ ਆਨਸਰ ਬਣੂਗਾ? ਕੱਲ ਕੀਤਾ ਸੀਗਾ ਮੈਥਡ, ਲਾਸਟ ਵਾਲੇ ਕੁਐਸਚਨ ਚ ਕੀਤਾ ਸੀ ਆਪਾਂ ਨੇ। ਜੇ ਆਪਣੇ ਕੋਲ ਅਰਥ ਤੇ ਬੋਡੀ ਦਾ weight 20 kgf ਹੈ ਤਾਂ ਪਲੈਨਟ ਦੇ ਉੱਤੇ W ਡੈਸ਼ ਕਿੰਨਾ ਹੋਊਗਾ? ਤਾਂ ਸਿੰਪਲ ਫਾਰਮੂਲਾ W ਡੈਸ਼ ਬਾਈ W ਕਿਹਦੇ ਇਕੁਅਲ ਹੁੰਦਾ ਆਪਣੇ ਕੋਲ? mg dash by mg. ਬਿਲकुल सही है, mg डैश बाय mg, ठीक है। m ਨਾਲ m कैंसल, g डैश बाय g ਦੀ ਵੈਲਿਊ ਕਿੰਨੀ ਆਈ ਹੈ 6, ਇਸ ਨੂੰ ਇੱਥੇ ਲੈ ਜਾਵਾਂਗੇ, ਕ੍ਰਾਸ ਮਲਟੀਪਲਾਈ ਕਰ ਦੋ, ਆਨਸਰ ਖਤਮ। w ਡੈਸ਼ ਕੇ ਦੇਖ ਲੂਗਾ 6w ਦੇ, 6w ਕਿੰਨਾ ਹੈ
20 kgf ਤਾਂ 20 ਕਿਲੋ ਵਾਲੀ ਬੋਡੀ ਵਿਲ ਬਿਹੇਵ ਲਾਈਕ 120 ਕਿਲੋ। ਜਿਹੜੀ ਬੋਡੀ ਅਰਥ ਤੇ ਵੇ ਕਰਦੀ ਹੈ 20 kg 20 ਕਿਲੋ, ਉਹ ਉਸ ਪਲੈਨਟ ਤੇ ਕਿੰਨਾ ਵੇ ਕਰੂਗੀ 120 kg। सर ਹਾਂਜੀ KGF नहीं होगा, ਹਾਂਜੀ KGF आऊगा ना, KG होगा एक गला। ਜੇ ਆਪਾਂ ਵਰਡ ਯੂਜ਼ ਕਰਨਾ weight ਦੈਨ ਆਊਗਾ kgf, ਜੇ ਆਪਾਂ ਯੂਜ਼ ਕਰਨਾ ਮਾਸ ਉਹ ਆਊਗਾ 20 kg, ਕਿਉਂਕਿ ਮਾਸ ਕੀ ਹੈ ਫਿਕਸ ਹੈ, ਵੀ ਕੈਨ ਨੋਟ ਚੇਂਜ। ਹੁਣ ਇੱਕ ਹੋਰ ਚੀਜ਼ ਇਸ 'ਚ ਧਿਆਨ ਨਾਲ ਦੇਖੋ, ਜੇ ਆਪਾਂ ਲਿਖ ਰਹੇ ਹਾਂ 120 kgf, ਇਹਦੇ ਵਿੱਚ ਬਾਈ ਡਿਫਾਲਟ ਗ੍ਰੈਵਿਟੀ ਦੀ ਵੈਲਿਊ 10 ਹੈ ਤੇ ਬਣੂਗਾ 1200 ਨਿਊਟਨ। ਕਲੀਅਰ ਸਾਰਿਆਂ ਨੂੰ? ਜੇ ਆਪਣੇ ਕੋਲ weight ਹੈ 120 kgf, ਧਿਆਨ ਨਾਲ ਸਮਝੋ, ਜੇ ਆਪਣੇ ਕੋਲ weight ਹੈ 120 kgf ਜੋ ਹੁਣ ਲਿਖਿਆ ਹੈ, ਤਾਂ ਉਸ 'ਚ ਬਾਈ ਡਿਫਾਲਟ ਕੀ ਬਣਦੀ ਹੈ ਗ੍ਰੈਵਿਟੀ ਦੀ ਵੈਲਿਊ 10, 9.8 ਜਾਂ 10। ਜੇ ਆਪਾਂ weight ਉਸਦੇ ਅਕੋਰਡਿੰਗ ਦੇਖਦੇ ਹਾਂ 20 ਉੱਪਰ ਵਾਲਾ ਸੀ 20 kgf ਵਾਲਾ, ਇੱਥੇ ਦੇਖੋ ਧਿਆਨ ਨਾਲ, weight ਦਾ ਫਾਰਮੂਲਾ ਕੀ ਹੁੰਦਾ ਆਪਣੇ ਕੋਲ ਮਾਸ ਇਨਟੂ ਗ੍ਰੈਵਿਟੀ। ਪਲੈਨਟ ਦੇ ਉੱਤੇ ਕੀ ਹੋ ਜਾਊਗਾ mg ਡੈਸ਼, ਪਲੈਨਟ ਦੇ ਉੱਤੇ ਕੀ ਹੋ ਜੂ mg ਡੈਸ਼, ਮਾਸ ਕਿੰਨਾ ਹੈ ਫਿਕਸ ਹੈ, ਕਿੰਨਾ 20, g ਡੈਸ਼ ਦੀ ਵੈਲਿਊ ਕਿੰਨੀ ਹੈ 60, ਕਿੰਨਾ ਆ ਗਿਆ 1200 ਨਿਊਟਨ। ਹੁਣ ਕੁਝ ਸਮਝ ਆਇਆ ਕੀ ਕੀਤਾ ਆਪਾਂ ਨੇ? ਜਿਹੜੀ ਬੋਡੀ 20 ਕਿਲੋ ਦੀ ਸੀਗੀ ਉਹ ਬਿਹੇਵ ਕਰੂਗੀ 120 ਕਿਲੋ, ਤਾਂ ਇਹਦੇ ਦੋ ਲੌਜਿਕ ਨੇ ਲਿਖਣ ਦੇ, ਲੌਜੀਕਲੀ ਪ੍ਰੈਕਟੀਕਲੀ ਨਹੀਂ ਕਹਾਂਗੇ ਆਪਾਂ, ਫਿਜ਼ਿਕਸ ਦੇ ਅਕੋਰਡਿੰਗ ਥਿਓਰੈਟੀਕਲੀ ਜਿਹੜਾ ਆਪਣੇ ਕੋਲ weight ਹੁੰਦਾ ਉਹ ਨਿਊਟਨ 'ਚ ਹੁੰਦਾ। ਠੀਕ ਹੈ ਸਾਰਿਆਂ ਨੂੰ ਕਲੀਅਰ? weight ਬੋਡੀ ਦਾ ਹੁੰਦਾ ਨਿਊਟਨ ਦੇ ਵਿੱਚ, ਲਿਖਣ ਨੂੰ ਆਪਾਂ ਲਿਖ ਦਿੰਦੇ ਹਾਂ kgf ਦੇ ਵਿੱਚ। kgf ਦੇ ਵਿੱਚ ਜਿਹੜਾ ਉਹ f ਯੂਜ਼ ਕਰਦੇ ਆ ਉਹ ਹੁੰਦਾ ਗ੍ਰੈਵਿਟੀ ਵਾਲਾ, ਜਿਹਦੀ ਵੈਲਿਊ ਹੁੰਦੀ ਹੈ 9.8 ਜਾਂ 10। ਠੀਕ ਹੈ, ਜੇ ਆਪਾਂ ਨੇ ਇਸ ਨੂੰ mg ਡੈਸ਼ ਲਿਖਣਾ ਹੈ ਫਿਰ ਤਾਂ ਆਪਾਂ ਲਿਖਾਂਗੇ 20 kg ਡੈਸ਼, ਇਸ ਨੂੰ ਲਿਖਾਂਗੇ 20 kg ਡੈਸ਼ f। ਜੇ ਇਸ ਨੂੰ ਲਿਖਣਾ ਆਪਾਂ ਨੇ 120 kgf, ਦੋਨਾਂ ਦੀ ਵੈਲਿਊ ਸੇਮ ਹੈ, ਬਟ ਇਸ 'ਚ ਫਰਕ ਕੀ ਹੋ ਜੂ, ਜਿੱਥੇ kgf ਹੋਊਗਾ ਉਹ ਆਪਣੇ ਕੋਲ g ਦੀ ਵੈਲਿਊ 10 ਲੈਣੀ ਹੈ, ਬਾਏ ਡਿਫਾਲਟ ਹੈ। ਡਿਫਰੈਂਸ ਜਾਂ ਕੁਝ ਪਤਾ ਲੱਗਿਆ ਕਿਸੇ ਨੂੰ ਦਾਨਿਸ਼ ਤੋਂ ਇਲਾਵਾ? ਸਚਿਨ? ਸਰ ਡਿਫਾਲਟ ਦਾ ਜੀ ਦੀ ਵੈਲਿਊ ਆਪਾਂ 10 ਲੈ ਲਈ, ਜਿਹਦੇ ਉੱਤੇ ਡੈਸ਼ ਹੈ ਉਹ ਵਾਲੇ ਦੀ ਕੀ ਲਿੱਤੀ ਵੈਲਿਊ? ਜਿਸ 'ਚ ਡੈਸ਼ ਹੈ ਉੱਥੇ 60 ਲਿੱਤੀ ਹੈ ਜੋ ਸੋਲਵ ਕੀਤੀ ਆਪਾਂ ਨੇ, ਬਾਈ ਡਿਫਾਲਟ ਵਾਲੇ 'ਚ ਜੀ ਦੀ ਵੈਲਿਊ 10 ਹੈ। ਉਹ ਮਤਲਬ ਕਿ ਉਹ ਵਾਲੇ ਪਲੈਨਟ ਤੇ ਜੀ ਦੀ ਵੈਲਿਊ 60 ਹੋ ਜੂਗੀ। ਬਿਲਕੁਲ ਸਹੀ ਹੈ। ਅਰਥ ਤੇ ਉਸ ਦੀ ਵੈਲਿਊ ਕਿੰਨੀ ਹੈ 10, ਪਲੈਨਟ ਤੇ ਜਾ ਕੇ ਕਿੰਨੀ ਹੋ ਜੂਗੀ 60। ਕਲੀਅਰ ਸਰ। ਸਾਰਿਆਂ ਨੂੰ? ਕਿਉਂਕਿ ਹੁਣ ਮੈਂ ਇਹਦੀ ਐਗਜ਼ਾਮਪਲ ਦਿੰਦਾ, ਕੱਲ ਤੁਹਾਡਾ ਕੁਐਸਚਨ ਸੀਗਾ ਵੈਲਿਡ ਸੀ ਕੁਐਸਚਨ, ਤੇ ਅੱਜ ਆਡੀਓ ਵਾਸਤੇ ਹੀ ਚਾਹੀਦਾ ਸੀ ਮੈਨੂੰ, ਇਸ ਲਈ ਮੈंने ਇਸ ਤੇ ਜ਼ੂਮ ਤੇ ਕੀਤਾ ਸੋ ਦੈਟ ਤੁਹਾਡੇ ਨਾਲ ਬੋਲ ਕੇ ਥੋੜਾ ਡਿਸਕਸ ਹੋ ਜਾਊਗਾ। ਸੁਣੀ ਚੱਲੋ। ਹੁਣ ਜਿਵੇਂ ਆਪਾਂ ਮਾਰਕੀਟ 'ਚ ਜਾਂਦੇ, ਲੈਟਸ ਸੇ ਆਪਾਂ ਨੇ 2 kg ਸ਼ੂਗਰ ਲੈ ਕੇ ਆਣੀ ਹੈ ਕਿ 2 ਕਿਲੋ ਚੀਨੀ ਲਿਆ ਦੇ ਭਾਈ, ਉਹ ਲੌਜੀਕਲੀ ਜੋ ਉਹਦਾ weight ਕਰਦਾ ਹੈ ਉਹ 2 kg ਨਹੀਂ ਹੁੰਦਾ, ਉਹ kgf ਹੁੰਦਾ ਹੈ। ਇਹਦੇ 'ਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਮਾਸ ਜਿਹੜਾ ਸ਼ੂਗਰ ਦਾ ਹੈ ਉਹ 2 kg ਹੈ, ਸਮਝੇ? ਜੋ ਮਾਸ ਹੈ ਉਹ 2 kg ਹੈ, weight ਉਹਦਾ 2 kgf ਹੈ। ਕੁਐਸਚਨਸ ਹੋਰ ਵੀ ਕਰਾਂਗੇ ਆਪਾਂ, ਹੋਰ ਕਲੈਰੀਫਾਈ ਹੋ ਜਾਊਗਾ ਤੁਹਾਨੂੰ। ਠੀਕ ਹੈ, ਤਾਂ ਲੌਜੀਕਲੀ ਮਾਈਂਡ 'ਚ ਕੀ ਰੱਖਣਾ ਹੈਗਾ, ਜੇ ਆਪਣੇ ਕੋਲ ਵਰਡ kgf ਹੁੰਦਾ ਹੈ ਤਾਂ ਬਾਈ ਡਿਫਾਲਟ kgf ਦੇ ਵਿੱਚ ਗ੍ਰੈਵਿਟੀ 10 ਲੈਣੀ ਹੈ। सर ਹਾਂਜੀ सर ਅਰੁਣ? ਆ ਸਮਝ ਨਹੀਂ ਆਇਆ, ਤੁਸੀਂ ਕਹਿ ਰਹੇ ਹੋ ਉਹਦਾ weight 2 kg ਹੁੰਦਾ, ਸ਼ੂਗਰ ਦਾ weight 2 kgf ਹੁੰਦਾ ਹੈ? ਨਹੀਂ, ਫॉर एग्जांपल ਤੁਹਾਡੇ ਚੋਂ ਕਿਸੇ ਦਾ weight ਹੈ 60 kg ਹੈ ਲੈਟਸ ਸੇ, ਠੀਕ ਹੈ, ਜਾਂ ਮੇਰਾ ਕਹਿ ਲਓ 80 kg ਹੈ। ਹੁਣ ਮੇਰਾ ਜਿਹੜਾ weight ਹੈ 80 kg ਨਹੀਂ ਹੈ, ਮੇਰਾ ਮਾਸ 80 kg ਹੈ, ਮੇਰਾ weight ਕਿੰਨਾ ਹੈ 80 kgf ਹੈ ਜਾਂ ਫਿਰ 800 ਨਿਊਟਨ ਹੈ। ਬਟ ਆਪਾਂ ਬੋਲਦੇ ਹੁੰਦੇ ਆ ਕਿ weight 80 kg ਹੈ, ਉਹ ਕੀ ਹੈ, ਜਿਵੇਂ ਚਲਦੀ ਆ ਰਹੀਆਂ ਨੇ ਗੱਲਾਂ, ਜਿਵੇਂ ਆਪਣੇ ਵਹੀਕਲ ਦੀ 1 ਲੀਟਰ ਦੇ ਵਿੱਚ ਕਿੰਨਾ ਕਿਲੋਮੀਟਰ ਚੱਲਦਾ ਹੈ, ਬਾਈਕ ਹੈ 1 ਲੀਟਰ ਦੇ ਵਿੱਚ ਲੈਟਸ ਸੇ 60 ਕਿਲੋਮੀਟਰ ਚੱਲਦੀ ਹੈ, ਇਸ ਨੂੰ ਮਾਈਲੇਜ ਸੁਣਿਆ ਕਿ ਐਵਰੇਜ ਕਹਿੰਦੇ ਆ? ਐਵਰੇਜ। ਯੈਸ, ਬਟ ਐਵਰੇਜ ਗਲਤ ਵਰਡ ਹੈ। ਐਵਰੇਜ ਦਾ ਮਤਲਬ ਹੁੰਦਾ ਡਿਸਟੈਂਸ ਬਾय ਟਾਈਮ, ਟੋਟਲ ਡਿਸਟੈਂਸ ਬਾय ਟਾਈਮ। ਠੀਕ ਹੈ, 1 ਲੀਟਰ 'ਚ ਕਿੰਨੇ ਕਿਲੋਮੀਟਰ ਚੱਲ ਰਹੀ ਹੈ, ਦਿਸ ਇਜ਼ ਕਾਲਡ ਮਾਈਲੇਜ।
ਬਟ ਆਪਾਂ ਤਾਂ ਕੀ ਕਹਿੰਦੇ ਆ, ਆਪਾਂ ਕਹਿੰਦੇ ਆ ਐਵਰੇਜ। ਤਾਂ ਸਰ ਇਹ ਵਰਡਸ ਦਾ ਮਾਈਲੇਜ ਤਾਂ ਫਰਕ ਉਹਨੂੰ ਹੈ। ਨਹੀਂ ਕਹਿੰਦੇ ਜਿਹਦੇ ਵਿੱਚ ਮਾਈਲਸ ਨੂੰ ਆਪਾਂ ਕੰਸੀਡਰ ਕਰਦੇ ਹਾਂ। ਬਿਲਕੁਲ ਸਹੀ ਹੈ, ਬਟ ਉਹ ਆਪਾਂ ਮਤਲਬ ਆਪਾਂ ਇਹ ਵੀ ਕਹਿ ਸਕਦੇ ਕਿ ਇੱਕ ਲੀਟਰ 'ਚ ਕਿੰਨੇ ਮਾਈਲਸ ਚੱਲ ਰਹੀ ਹੈ ਜਾਂ ਇੱਕ ਲੀਟਰ 'ਚ ਕਿੰਨੇ ਕਿਲੋਮੀਟਰ ਚੱਲ ਰਹੀ, ਇੱਕੋ ਗੱਲ ਬਣ ਜਾਂਦੀ ਹੈ। ਉਹ ਡਿਸਟੈਂਸ ਦੇ ਵਿੱਚ ਵੇਰੀ ਹੋ ਜਾਂਦਾ ਹੈ। 1 ਮਾਈਲ ਦੇ ਵਿੱਚ 1.2 ਸਮਥਿੰਗ ਕਿਲੋਮੀਟਰ ਹੁੰਦਾ ਹੈਗਾ। ਆਪਣੇ ਇੱਥੇ ਇੰਡੀਆ ਦੇ ਵਿੱਚ ਕਿਲੋਮੀਟਰ ਵਾਲਾ ਸਿਸਟਮ ਚੱਲਦਾ ਹੈ, US ਦੇ ਵਿੱਚ ਮਾਈਲਸ ਵਾਲਾ ਸਿਸਟਮ ਚੱਲਦਾ ਹੈ। ਬਟ ਮੇਰਾ ਪੁਆਇੰਟ ਕਹਿਣ ਦਾ ਹੈ ਕਿ ਇੱਥੇ ਮਾਈਲੇਜ ਨੂੰ ਐਵਰੇਜ ਕਹਿੰਦੇ ਨੇ। ਤੁਸੀਂ ਕਿਸੇ ਵੀ ਹਾਂ, ਤੁਸੀਂ ਕਿਸੇ ਵੀ ਨਾ ਐਡ ਦੇਖ ਲਿਓ ਬਾਈਕ ਦੀ, ਵਹੀਕਲ ਦੀ, ਕੁਛ ਵੀ ਐਕਟਿਵਾ ਦੀ, ਉੱਥੇ ਮਾਈਲੇਜ ਵਰਡ ਹੋਊਗਾ। ਫੋਰ ਐਗਜ਼ਾਮਪਲ ਮਾਈਲੇਜ ਐਕਟਿਵਾ ਦੀ ਗੱਲ ਕਰੀਏ 40 ਕਿਲੋਮੀਟਰ ਪਰ ਲੀਟਰ, ਦਿਸ ਇਜ਼ ਮਾਈਲੇਜ ਫੋਰ ਐਕਟਿਵਾ, ਦਿਸ ਇਜ਼ ਨੋਟ ਐਵਰੇਜ। ਐਵਰੇਜ ਕੀ ਹੁੰਦੀ ਹੈ ਕਿ 1 ਘੰਟੇ ਦੇ ਵਿੱਚ ਕਿੰਨਾ ਡਿਸਟੈਂਸ ਟਰੈਵਲ ਕੀਤਾ, ਦੈਟ ਇਜ਼ ਕਾਲਡ ਐਵਰੇਜ। ਸਿਮਿਲਰਲੀ ਆਪਣੇ ਕੋਲ ਜੋ ਆਪਾਂ ਵੇਟ ਕਹਿੰਦੇ ਆ ਕਿ ਕਿਸੇ ਬੋਡੀ ਦਾ ਵੇਟ 10 ਕਿਲੋ ਹੈ, ਉਹਦਾ 10 ਕਿਲੋ ਦਾ ਮਤਲਬ ਹੁੰਦਾ 10 kgf ਹੈ। ਐਫ ਆਪਾਂ ਬੋਲਦੇ ਨਹੀਂ ਹੈਗੇ, ਫਿਜ਼ਿਕਸ ਦੇ ਵਿੱਚ ਬੋਲਦੇ ਆ ਕਿਉਂਕਿ ਫਿਜ਼ਿਕਸ ਉਹਦਾ ਮੀਨਿੰਗ ਪਤਾ ਹੈ, ਪ੍ਰੈਕਟੀਕਲੀ ਮੀਨਿੰਗ ਕਿਸੇ ਨੂੰ ਕੁਛ ਨਹੀਂ ਪਤਾ। ਠੀਕ ਹੈ, ਹੁਣ ਮਾਸ ਇੱਕ ਗੱਲ ਜੋ ਆਪ ਖੁਦ ਦਿਓ, ਕੋਈ ਆਪਣੇ ਕੋਲ ਸ਼ੌਪਕੀਪਰ ਹੈ, ਸ਼ੌਪ 'ਤੇ ਜਾਂਦੇ ਆਪਾਂ, ਉਸ ਨਾਲ ਬਹਿਸ ਕਰਕੇ ਬਹਿ ਜਾਓ ਕਿ ਭਾਈ ਜਿਹੜਾ ਤੂੰ 5 ਕਿਲੋ ਚੀਨੀ ਤੋਲੀ ਹੈ ਉਹ ਮਾਸ ਹੈ, ਵੇਟ ਨਹੀਂ ਹੈ। ਹੁਣ ਉਸ ਨੂੰ ਮਾਸ ਨੂੰ ਤੁਸੀਂ ਬੰਦੇ ਨੂੰ ਐਕਸਪਲੇਨ ਕਿਵੇਂ ਕਰੋਗੇ? ਕਰ ਸਕਦੇ ਹੋ? ਉਸ ਨੂੰ ਪੂਰਾ ਲੈਕਚਰ ਦੇਣਾ ਪਊਗਾ, ਨਹੀਂ ਕਰ ਸਕਦੇ। ਤਾਂ ਉਹਨਾਂ ਵਾਸਤੇ, ਸਾਰਿਆਂ ਵਾਸਤੇ ਵੇਟ ਦਾ ਮਤਲਬ ਹੈਗਾ, ਮੀਨਿੰਗ ਹੈਗਾ ਕਿੰਨਾ ਭਾਰ ਹੈ। ਮਾਸ ਦਾ ਕੋਈ ਮੀਨਿੰਗ ਨਹੀਂ ਹੈ। ਮਾਸ ਦਾ ਮੀਨਿੰਗ ਕਿਸ ਵਾਸਤੇ ਹੈ? ਸਾਇੰਸ ਸਟੂਡੈਂਟਸ ਵਾਸਤੇ, ਜਿਹੜੇ ਆਪਾਂ ਥਿਊਰੀ ਪੜ੍ਹਦੇ ਆ। ਤਾਂ ਕਾਫੀ ਸਾਰੀ ਚੀਜ਼ਾਂ ਆਪਣੀਆਂ ਬੁੱਕ ਦੇ ਵਿੱਚ ਡੈਫੀਨੇਸ਼ਨ ਵਾਈਜ਼ ਡਿਫਰੈਂਟ ਨੇ, ਪ੍ਰੈਕਟੀਕਲੀ ਉਹਨਾਂ ਨੂੰ ਡਿਫਰੈਂਟ ਬੋਲਿਆ ਜਾਂਦਾ ਹੈ, ਉਹ ਪ੍ਰੈਕਟੀਕਲੀ ਗਲਤ ਬੋਲਿਆ ਜਾਂਦਾ ਹੈ। ਬਟ ਆਪਾਂ ਕਰੈਕਟ ਨਹੀਂ ਕਰਨਾ, ਜੋ ਚੱਲ ਰਿਹਾ ਠੀਕ ਹੈ। ਕੁਛ ਪਤਾ ਲੱਗਿਆ? ਯੈਸ ਇਹ ਤਾਂ ਸਰ। ਰੈਗੂਲਰ ਲਾਈਫ ਦੀਆਂ ਚੀਜ਼ਾਂ ਨੇ ਜੋ ਮੈਂ ਦੱਸਿਆ ਹੁਣ। ਸਰ ਮਤਲਬ ਜੋ ਆਪਣਾ ਐਕਟਿਵ ਵਾਲਾ ਕੇਸ ਹੈ, ਜੇ ਕਿਲੋਮੀਟਰ ਪਰ ਆਰ ਤਾਂ ਆਪਾਂ ਐਵਰੇਜ ਲੈਂਦੇ ਹਾਂ, ਜੇ ਕਿਲੋਮੀਟਰ ਪਰ ਲੀਟਰ ਹੈ ਤਾਂ ਉਹ ਮਾਈਲੇਜ ਹੋਗੀ। ਬਿਲਕੁਲ ਸਹੀ ਹੈ। ਬਾਈ ਡੈਫੀਨੇਸ਼ਨ ਦੇਖੋ ਨਾ, ਐਵਰੇਜ ਹੁੰਦਾ ਡਿਸਟੈਂਸ ਬਾਈ ਟਾਈਮ, ਮਾਈਲੇਜ ਹੁੰਦਾ ਹੈਗਾ ਕਿਲੋਮੀਟਰ ਪਰ ਲੀਟਰ। ਬਸ 1 ਲੀਟਰ 'ਚ ਕਿੰਨੇ ਕਿਲੋਮੀਟਰ ਚੱਲੀ ਗੱਡੀ, ਦੈਟ ਇਜ਼ ਕਾਲਡ ਮਾਈਲੇਜ। 1 ਘੰਟੇ ਦੇ ਵਿੱਚ ਕਿੰਨਾ ਡਿਸਟੈਂਸ ਟਰੈਵਲ ਕੀਤਾ, ਦੈਟ ਇਜ਼ ਐਵਰੇਜ। ਐਵਰੇਜ ਵੀ ਆਪਾਂ ਕਿਵੇਂ ਲਿਖਦੇ ਹੁੰਦੇ ਸੀਗੇ? ਐਵਰੇਜ ਸਪੀਡ ਇਜ਼ ਇਕੁਅਲ ਟੂ ਟੋਟਲ ਡਿਸਟੈਂਸ ਬਾਈ ਟੋਟਲ ਟਾਈਮ। ਠੀਕ ਹੈ, ਨੈਕਸਟ ਕੁਐਸਚਨ ਦੇਖੋ। ਹੋਪ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਸਾਰਿਆਂ ਨੂੰ। ਇਹ ਰੈਗੂਲਰ ਦੀ ਚੀਜ਼ਾਂ ਨੇ, ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਨੈਕਸਟ ਕੁਐਸਚਨ ਦੇਖੋ, ਕੈਲਕੂਲੇਟ the height to which body should be taken ਗੁਰਜੋਤ ਲੇਟ ਕਿਉਂ ਹੋ ਗਏ ਬੱਚੇ ਕਲਾਸ 'ਚ? ਯਸ਼ਪ੍ਰੀਤ ਤੁਸੀਂ ਵੀ ਲੇਟ ਹੋ ਗਏ ਬੱਚੇ? ਕੋਈ ਰਿਪਲਾਈ ਨਹੀਂ। यस सर। ਲੇਟ ਕਿਉਂ ਹੋ ਗਏ? ਯੈਸ ਸਰ ਨਹੀਂ, ਲੇਟ ਕਿਉਂ ਹੋ ਗਏ? ਮੈਂ ਇਹ ਨਹੀਂ ਕਹਿ ਰਿਹਾ ਕਿ ਲੇਟ ਹੋ ਗਏ। सर कनेक्ट नहीं हो रहा सी जी। ਇੱਕ ਤਾਂ ਕਨੈਕਸ਼ਨ ਦਾ ਬੜਾ ਚੱਕਰ ਹੈ ਯਾਰ, ਚਲੋ ਕੋਈ ਨਾ। ਹੁਣ ਇਹ ਕੁਐਸਚਨ ਚੱਜ ਨਾਲ ਸਮਝ ਲਿਓ, ਬੁੱਕ ਵਾਲੇ ਕੁਐਸਚਨ ਤਾਂ ਹੀ ਹੋ ਜਾਣਗੇ। ਸਟੇਟਮੈਂਟ ਥੋੜੀ ਲੈਂਥੀਜ਼ ਹੋਣਗੀਆਂ ਬਟ ਸੋਲੂਸ਼ਨ ਬੜੇ ਛੋਟੇ ਹੋਣਗੇ। ਸਟੇਟਮੈਂਟ ਰੀਡ ਕਰੋ, ਕੀ ਹੈ? ਕਿਸ ਹਾਈਟ ਤੇ ਬੋਡੀ ਨੂੰ ਲੈ ਕੇ ਜਾਈਏ ਅਰਥ ਦੀ ਸਰਫੇਸ ਤੋਂ ਸੋ ਦੈਟ ਉਸਦੀ ਜਿਹੜੀ ਗ੍ਰੈਵਿਟੀ ਹੈ ਜੀ ਡੈਸ਼ ਹੈ ਉਹ ਕਿੰਨੀ ਬਣ ਜਾਵੇ? ਅਰਥ ਦੀ ਸਰਫੇਸ ਤੇ ਕਿੰਨੀ ਹੁੰਦੀ ਹੈ? ਜੀ। ਪੁਆਇੰਟ ਪੀ ਤੇ ਕਿੰਨੀ ਹੋ ਜੂਗੀ? ਜੀ ਡੈਸ਼। ਤਾਂ ਉਹ ਕਿੰਨੀ ਬਣ ਜਾਵੇ? ਉਹ 36% ਰਿਡਿਊਸ ਹੋ ਜਾਵੇ। ਰਿਡਿਊਸਿਸ ਟੂ ਮਤਲਬ ਇਹ ਬਿਕਮ ਹੋਵੇ 36% ਆਫ ਜੀ। ਦੋ ਵਰਡ ਆਨੇ ਨੇ, ਦੋਨਾਂ ਨੂੰ ਡਿਸਕਸ ਕਰਾਂਗੇ। ਹੁਣ ਵਰਡ ਆਇਆ ਆਪਣੇ ਕੋਲ ਰਿਡਿਊਸਿਸ ਟੂ 36%, ਮਤਲਬ ਇਟ ਬਿਕਮਸ 36% ਆਫ ਜੀ। ਤਾਂ ਆਪਣੇ ਕੋਲ ਇਹਦਾ ਮਤਲਬ ਹੈ ਜੀ ਡੈਸ਼ ਇਜ਼ ਇਕੁਅਲ ਟੂ 36% ਆਫ ਜੀ। 36 ਕਿੰਨਾ ਹੁੰਦਾ ਆਪਣੇ ਕੋਲ? ਪਰਸੈਂਟ ਦਾ ਮਤਲਬ ਡਿਵਾਈਡ ਬਾਈ 100। ਸਟੇਟਮੈਂਟ ਪੱਲੇ ਪੈ ਗਈ। ਇਸ ਪਾਰਟਿਕੂਲਰ ਵੈਲਿਊ ਵਾਸਤੇ ਹਾਈਟ ਫਾਈਂਡ ਕਰਨੀ ਆਪਾਂ ਨੇ।
ਸਟੇਟਮੈਂਟ ਵੱਲੇ ਪੈ ਗਈ ਸਾਰਿਆਂ ਦੇ। ਯੈਸ ਸਰ। ਕਰੋ ਸੋਲਵ। ਹਾਈਟ ਵਾਸਤੇ ਆਪਾਂ ਕਿਹੜਾ ਫਾਰਮੂਲਾ ਯੂਜ਼ ਕਰਦੇ ਹਾਂ? ਆਈ ਐਮ ਐਕਸਪੈਕਟਿੰਗ ਤੁਸੀਂ ਨਾਲ ਨਾਲ ਲਿਖੀ ਜਾ ਰਹੇ ਹੋ। ਸਰ ਹਾਂਜੀ ਸਰ ਇਨਕਰੀਜ਼ ਇਨ ਹਾਈਟ ਨਾਲ ਗ੍ਰੈਵਿਟੇਸ਼ਨ ਦੀ ਵੈਲਿਊ ਡਿਕਰੀਜ਼ ਹੁੰਦੀ ਹੈ। ਯੈਸ ਆਬਵੀਅਸ। ਜੇ ਆਪਾਂ ਅਰਥ ਦੀ ਸਰਫੇਸ ਤੋਂ ਉੱਪਰ ਜਾਈ ਜਾਵਾਂਗੇ ਗ੍ਰੈਵਿਟੀ ਘਟੀ ਜੂਗੀ, ਸਪੇਸ 'ਚ ਜਾਵਾਂਗੇ ਗ੍ਰੈਵਿਟੀ ਖਤਮ ਹੋਣੀ ਸਟਾਰਟ ਹੋ ਜਾਂਦੀ ਹੈ। ਜੀ ਡੈਸ਼ ਬਾਈ ਜੀ ਦਾ ਵੈਲਿਊ ਕੀ ਫਾਰਮੂਲਾ ਕੀ ਹੁੰਦਾ ਹੈ? ਅਕੋਰਡਿੰਗ ਟੂ ਫਾਰਮੂਲਾ ਜੀ ਡੈਸ਼ ਬਾਈ ਜੀ ਇਜ਼ ਇਕੁਅਲ ਟੂ ਆਰ ਬਾਈ ਆਰ ਪਲਸ ਆਰ ਪਲਸ ਐਚ ਦਾ ਆਰ ਸਕੁਅਰ। ਪਲਸ ਐਚ। ਯੈਸ। ਹੁਣ ਇੱਥੋਂ ਜੀ ਡੈਸ਼ ਬਾਈ ਜੀ ਦੀ ਵੈਲਿਊ ਕਿੰਨੀ ਹੈ? 36/100। ਇਸ ਨੂੰ ਇਹਦੇ ਨਾਲ ਇਕੁਏਟ ਕਰਕੇ ਆਂਸਰ ਦੇਖੋ, ਐਚ ਦੀ ਵੈਲਿਊ ਕੱਢੋ। ਲੈਟਸ ਸੀ ਕਿੰਨੇ ਕੁ ਆਂਸਰ ਕੱਢਦੇ ਹੋ ਤੁਸੀਂ ਸਹੀ ਵਾਲਾ। ਕਿੰਨਾ ਆਂਸਰ ਆਇਆ? ਬੋਲ ਕੇ ਦੱਸ ਸਕਦੇ ਹੋ? ਇੱਥੇ ਆਪਣੇ ਕੋਲ ਆ ਜਾਊ 36/100 ਇਜ਼ ਇਕੁਅਲ ਟੂ ਆਰ ਓਵਰ ਆਰ ਪਲਸ ਐਚ ਦਾ ਸਕੁਅਰ। ਕ੍ਰਾਸ ਮਲਟੀਪਲਾਈ ਕਰ ਦਾਂਗੇ ਆਪਾਂ। 4r/6 ਆ ਰਿਹਾ ਆਨਸਰ। ਆਰ ਦੀ ਟਰਮ 'ਚ ਹੀ ਕੱਢ ਦਿਓ। 2/3 ਆਰ ਹੋ ਗਿਆ। ਹਾਂਜੀ ਸਰ। ਦੇਖ ਲੈਣੇ ਆ ਬੱਚੇ, ਹੁਣ ਮੇਰੇ ਕੋਲ ਆਂਸਰ ਹੈ ਨਹੀਂ। ਸਰ ਮੇਰਾ 4r ਆ ਰਿਹਾ ਹੈ। 4r ਨਹੀਂ ਹੋ ਸਕਦਾ ਪੁੱਤ। ਆਪਣੇ ਕੋਲ ਬਣ ਰਿਹਾ 36/100 ਇਜ਼ ਇਕੁਅਲ ਟੂ ਆਰ ਓਵਰ ਆਰ ਪਲਸ ਐਚ ਦਾ ਸਕੁਅਰ। ਆ ਜਿਹੜਾ ਸਕੁਅਰ ਹੈ ਇੱਥੇ ਜਾ ਕੇ ਕੀ ਹੋ ਜਾਊਗਾ? ਅੰਡਰੂਟ ਹੋ ਜਾਊਗਾ। ਇਹ ਬਣ ਜਾਊਗਾ ਅੰਡਰੂਟ, ਕੈਂਸਲ ਹੋ ਗਿਆ। ਇਹ ਬਣ ਜਾਊ ਆਪਣੇ ਕੋਲ 6/10 ਤਾਂ ਹੋ ਗਿਆ 3/5। ਕ੍ਰਾਸ ਮਲਟੀਪਲਾਈ ਕਰਤਾ 5r ਇਜ਼ ਇਕੁਅਲ ਟੂ 3 ਟਾਈਮਸ ਆਰ ਪਲਸ ਐਚ। 10 ਮਿੰਟ 'ਚ ਭਾਈ ਕਲਾਸ ਬੰਦ ਹੋਊਗੀ, ਆਪਣਾ ਰੀਕਨੈਕਟ ਕਰ ਲਿਓ ਦੁਬਾਰਾ। ਸਰ 6400 ਦੀ ਵੈਲਿਊ ਪੁੱਟ ਕਰਨੀ। ਕਰ ਵੀ ਸਕਦੇ ਹਾਂ, ਜ਼ਰੂਰਤ ਵੀ ਨਹੀਂ। ਇਨ ਟਰਮਸ ਆਫ ਆਰ ਰਹਿਣ ਦਿਓ, ਈਜ਼ੀ ਹੋ ਜਾਊਗਾ। ਆਪਾਂ ਨੂੰ ਗਿਵਨ ਨਹੀਂ ਹੈ ਨਾ, ਤੇ 2r ਇਜ਼ ਇਕੁਅਲ ਟੂ 3h ਆ ਗਿਆ, ਤਾਂ h ਇਜ਼ ਇਕੁਅਲ ਟੂ 2/3r ਆ ਗਿਆ। ਜਸ਼ਨ ਦਾ ਆਂਸਰ ਸਹੀ ਹੈ, 2/3r ਆ ਰਿਹਾ ਭਾਈ। ਹੁਣ ਜਿਨ੍ਹਾਂ ਦਾ ਆਂਸਰ ਗਲਤ ਆਇਆ ਚੈੱਕ ਕਰੋ ਗਲਤ ਕਿਉਂ ਆਇਆ। ਅੱਛਾ ਲੌਜਿਕ ਸਾਰਿਆਂ ਨੂੰ ਕਲੀਅਰ ਕਿ ਆਪਾਂ ਨੇ ਜੀ ਡੈਸ਼ ਬਾਈ ਜੀ ਦੀ ਵੈਲਿਊ ਇੱਥੋਂ ਕੱਢੀ, ਉਸ ਨੂੰ ਆਪਾਂ ਨੇ ਫਾਰਮੂਲੇ ਦੇ ਇਕੁਏਟ ਕਰਤਾ, ਉਸ ਨੂੰ ਸੋਲਵ ਕਰਕੇ ਆਂਸਰ ਆ ਗਿਆ। ਆਰ ਦੀ ਵੈਲਿਊ ਪੁੱਟ ਕਰਨੀ ਕਰ ਸਕਦੇ ਆ, ਮਰਜ਼ੀ ਆ ਆਪਣੀ, ਕੋਈ ਖਾਸ ਗੱਲ ਨਹੀਂ, ਮਾਰਕਸ ਨਹੀਂ ਕੱਟੇ ਜਾਣਗੇ। ਕਰ ਗਿਆ ਸਰ, ਮੈਚ ਕਰ ਗਿਆ ਸਾਰਿਆਂ ਦਾ। ਫਿਰ ਮੈਂ ਤਾਂ ਸੈਕਿੰਡ ਪਾਰਟ ਲਿਖਾਂ। ਯੈਸ। ਗੁੱਡ। ਸੈਕਿੰਡ ਪਾਰਟ ਹੈ ਹੁਣ ਆਪਣੇ ਕੋਲ ਸੀ ਫਸਟ ਪਾਰਟ ਰਿਡਿਊਸਿਸ ਟੂ, ਠੀਕ ਹੈ। ਸੈਕਿੰਡ ਪਾਰਟ ਹੈ ਰਿਡਿਊਸਿਸ ਬਾਏ, ਐਚ ਫਾਈਂਡ ਕਰਨੀ ਹੈ, ਰਿਡਿਊਸਿਸ ਬਾਏ 36%। ਬਸ। ਤਾਂ ਰਿਡਿਊਸਿਸ ਬਾਏ ਦਾ ਮਤਲਬ ਕੀ ਬਣੂਗਾ ਆਪਣੇ ਕੋਲ ਕਿ ਪਹਿਲਾਂ ਵੈਲਿਊ ਸੀਗੀ ਜੀ, ਹੁਣ ਕਿੰਨੀ ਹੋ ਗਈ? ਜੀ ਡੈਸ਼ ਕਿੰਨੀ ਹੋ ਗਈ ਹੁਣ? ਜੀ ਮਾਈਨਸ 36% ਆਫ ਜੀ। ਸਟੈਪ ਸਮਝੇ? ਰਿਡਿਊਸਿਸ ਬਾਏ 36%, ਮਤਲਬ ਵੈਲਿਊ ਕੀ ਹੋਗੀ? 36% ਡਿਕਰੀਜ਼ ਕਰ ਗਈ। ਤਾਂ ਇਸ ਨੂੰ ਸੋਲਵ ਕਰਕੇ ਬਣੂ 64% ਬਣ ਜਾਊਗਾ। ਜੇ ਵੈਲਿਊ ਆਪਣੀ 36% ਡਿਕਰੀਜ਼ ਕੀਤੀ ਤਾਂ ਕਿੰਨੀ ਬਣੀ? 64% ਹੀ ਬਣੀ। ਲੌਜਿਕ ਸਮਝ ਗਏ? ਜਿੱਥੇ ਸੀ ਰਿਡਿਊਸਿਸ Yes, sir. 2 ਉੱਥੇ ਬਣ ਰਿਹਾ ਸੀ ਕਿ ਫਾਈਨਲ ਰਿਜ਼ਲਟ 36% ਹੈ। ਜਿੱਥੇ ਹੈ ਆਪਣੇ ਕੋਲ ਰਿਡਿਊਸਿਸ ਬਾਏ, ਉੱਥੇ ਆਪਣੇ ਕੋਲ ਕੀ ਕਰਾਂਗੇ? 100 ਚੋਂ 36 ਮਾਈਨਸ ਕਰ ਦਾਂਗੇ। ਲੌਜਿਕ ਆ ਵਾਲਾ ਹੈ ਲਿਖਣ ਦਾ ਤਰੀਕਾ।
ਵੈਲਿਊ 64/100 ਹੋ ਜੂਗੀ। ਹੁਣ ਇੱਥੋਂ g ਡੈਸ਼ ਬਾਈ g ਦੀ ਵੈਲਿਊ ਕਿੰਨੀ ਹੋ ਜੂਗੀ 64/100। ਹਾਂਜੀ ਜਸ਼ਨ, ਇਸ ਨੂੰ ਇਹਦੇ ਸਰ ਇਕੁਏਟ ਜਿਹੜੇ ਕਰੋ। ਆਪਾਂ ਨੇ 36/100 ਲਿਖਿਆ ਜੀ ਉਹਦੇ ਵਿੱਚ ਸਰ ਆਪਾਂ ਨੇ ਜੀ ਕਿਉਂ ਪਾਇਆ ਜੀ? ਕਿੱਥੇ ਬੱਚੇ? ਆਹ ਵਾਲਾ, ਸਰ ਜਿਹੜਾ ਆਹ ਵਾਲਾ ਹਾਂਜੀ ਸਰ 36% ਹੈ ਨਾ। ਕਿਸ ਚੀਜ਼ ਦਾ 36% ਹੋਊਗਾ? ਆਫ ਜੀ ਹੋਊਗਾ, ਬਾਈ ਡਿਫਾਲਟ ਹੀ ਹੋਊਗਾ। ਤਾਂ ਲਿਖੋ ਨਾ ਲਿਖੋ, ਮਤਲਬ ਤਾਂ ਸੇਮ ਹੀ ਹੈ। ਠੀਕ ਹੈ, ਇਹਦਾ ਠੀਕ ਹੈ ਮੀਨਿੰਗ ਸਰ। ਇਹੀ ਹੁੰਦਾ। ਪੁੱਛੀ ਚੱਲੋ ਜਿਹੜੇ ਜਿਹੜੇ ਡਾਊਟ ਹੈ। ਮਹਿਕ ਦਾ ਆਨਸਰ ਪਹਿਲਾਂ ਤਾਂ ਸਹੀ ਆ ਗਿਆ ਸੀ, ਹਿਮਾਂਸ਼ੀ ਦਾ ਆਨਸਰ ਸਰ ਸਹੀ h ਸੀਗਾ। equals to 1/4 of r। ਚਲੋ ਦੇਖ ਲੈਂਦੇ ਆਪਾਂ। यस सर मेरा भी यही आ रहा है। ਸਹੀ ਹੈ, ਇਹੀ ਹੋਊਗਾ ਫਿਰ ਆਨਸਰ। ਅੱਛਾ ਲੌਜਿਕ ਕਲੀਅਰ ਹੈ ਸਾਰਿਆਂ ਨੂੰ? ਰਿਡਿਊਸਿਸ ਬਾਈ ਤੇ ਰਿਡਿਊਸਿਸ ਟੂ ਦਾ ਡਿਫਰੈਂਸ ਕੀ ਹੈ? ਹੁਣ ਜਿੱਥੇ 36/100 ਹੈ ਉੱਥੇ ਆਪਾਂ ਪਾ ਦਾਂਗੇ 64/100। ਇਹ ਬਣ ਜਾਓ ਸਰ ਆਪਣੇ ਇੱਕ ਵਾਰੀ ਦੁਬਾਰਾ ਦੱਸ ਦਿਓ ਜੇ ਰਿਡਿਊਸਿਸ ਵਾਲਾ। ਮੈਂ ਵੈਲਿਊ ਚੇਂਜ ਕਰ ਦੂੰਗਾ, ਹਾਲੇ ਨੋਟ ਕਰ ਲਓ। ਠੀਕ ਹੈ, ਇਹ ਬਣ ਜੂ 8/10 ਇਜ਼ ਇਕੁਅਲ ਟੂ ਆਰ ਓਵਰ ਆਰ ਪਲਸ ਐਚ। ਕੈਂਸਲ ਹੋ ਕੇ 4, ਕੈਂਸਲ ਹੋ ਕੇ 5, ਕ੍ਰਾਸ ਮਲਟੀਪਲਾਈ ਕਰ ਦਿੰਦੇ ਆ। 4 ਟਾਈਮਸ ਆਰ ਪਲਸ ਐਚ ਇਜ਼ ਇਕੁਅਲ ਟੂ 5r। ਤਾਂ r ਬਣ ਜੂਗਾ ਆਪਣੇ ਕੋਲ 4h, h ਬਣ ਜੂਗਾ r/4। ਨੋਟ ਤਾਂ ਕਰ ਲਿਆ ਸਾਰਿਆਂ ਨੇ? यस सर। ਯੈਸ ਸਰ। ਹੁਣ ਮੀਨਿੰਗ ਮੈਂ ਦੁਬਾਰਾ ਦੱਸ ਦਿੰਦਾ, ਸੁਣ ਲਓ ਧਿਆਨ ਨਾਲ। ਆਪਣੇ ਕੋਲ ਲੈਟਸ ਸੇ, ਫਿਰ ਆਨਸਰ ਹੁਣ ਤੁਸੀਂ ਕੱਢਣਾ, ਮੈਂ ਆਨਸਰ ਨਹੀਂ ਕੱਢੂੰਗਾ। ਆਪਣੇ ਕੋਲ ਇੱਕ ਪਾਰਟ ਦੇ ਵਿੱਚ ਹੈ ਗ੍ਰੈਵਿਟੀ ਰਿਡਿਊਸਿਸ, ਐਵੇਂ ਲਿਖ ਲਓ ਜਿਵੇਂ ਲਿਖ ਰਿਹਾ, ਬਾਏ ਲੈਟਸ ਸੇ 19%। ਹੁਣ ਜਿਨ੍ਹਾਂ ਨੂੰ ਸਮਝ ਆ ਗਿਆ ਉਸ ਨਾਲ ਦੇ ਆਨਸਰ ਕੱਢਣਗੇ, ਜਿਨ੍ਹਾਂ ਨੂੰ ਨਹੀਂ ਆ ਗਿਆ ਉਹ ਧਿਆਨ ਨਾਲ ਦੇਖੋ। ਸੈਕਿੰਡ ਪਾਰਟ 'ਚ ਆਪਣੇ ਕੋਲ ਗ੍ਰੈਵਿਟੀ ਰਿਡਿਊਸਿਸ ਟੂ ਕਿੰਨਾ ਲਿਖ ਦਈਏ ਇੱਥੇ 9%। ਆਪਣੇ ਵੱਲੋਂ ਵੈਲਿਊਜ਼ ਦੇ ਰਿਹਾ ਰੈਂਡਮਲੀ। ਰਿਡਿਊਸਿਸ ਬਾਏ ਦਾ ਮਤਲਬ ਕੀ ਬਣੂਗਾ ਇੱਥੇ ਆਪਣੇ ਕੋਲ ਕਿ ਪਹਿਲਾਂ ਵੈਲਿਊ ਕਿੰਨੀ ਸੀ 100 ਸੀ, 100 ਦੇ ਵਿੱਚੋਂ 19 ਮਾਈਨਸ ਕਰਤੀ, ਕਿੰਨੀ ਬਚ ਗਈ ਆਪਣੇ ਕੋਲ 81। h equals to 1/9r। ਸਹੀ ਹੈ, ਤਾਂ ਆਪਣੇ ਕੋਲ ਕੀ ਹੋ ਗਿਆ, ਪਹਿਲਾਂ 100 ਸੀ ਵੈਲਿਊ, 100% ਸੀ, 100% ਦਾ ਮਤਲਬ 1 ਹੁੰਦਾ ਹੈ, ਉਹਦੇ ਵਿੱਚੋਂ 19 ਰਿਡਿਊਸ ਕਰ ਗਿਆ, ਤਾਂ ਫਾਈਨਲ ਵੈਲਿਊ ਕਿੰਨੀ ਹੋ ਗਈ 81% ਕਹਿ ਲਓ ਜਾਂ 81 ਕਹਿ ਲਓ। ਠੀਕ ਹੈ, ਤਾਂ ਆਪਣੇ ਕੋਲ ਫਾਈਨਲ ਵੈਲਿਊ ਕਿੰਨੀ ਬਣੀ ਹੈ, ਜੀ ਡੈਸ਼ ਕਿੰਨਾ ਬਣਿਆ 81% ਆਫ ਜੀ। ਅਰੁਣ ਕਲੀਅਰ ਹੈ? ਇੱਕ ਚ ਹੈ ਰਿਡਿਊਸਿਸ ਟੂ, ਮਤਲਬ ਸਰ ਇਧਰ ਪਹਿਲਾਂ 9% ਹੈ ਕਿ 90? 9 ਨਹੀਂ ਦਿੱਤਾ ਪੁੱਤ, ਪਹਿਲਾਂ 100% ਹੈ, 100% ਤੋਂ ਫਾਈਨਲ ਵੈਲਿਊ ਕਿੰਨੀ ਬਣ ਗਈ 9%। ਮਤਲਬ ਕਿੰਨਾ ਡਿਕਰੀਜ਼ ਹੋਇਆ 91। ਬਟ ਉਸਨੇ ਕੋਈ ਗੱਲ ਨਹੀਂ ਕੀਤੀ ਕਿ ਆਪਾਂ ਨੇ ਕਿਵੇਂ ਕਰਨਾ ਹੈ। ਆਪਾਂ ਨੂੰ ਕੀ ਦਿੱਤਾ ਹੋਇਆ ਕਿ ਪਹਿਲਾਂ ਵੈਲਿਊ ਸੀ 100%, ਹੁਣ ਕਿੰਨੀ ਵੈਲਿਊ ਹੋ ਚੁੱਕੀ ਹੈ ਉਹ 9%। ਰਿਡਿਊਸਿਸ ਟੂ 9%। ਰਿਡਿਊਸਿਸ ਬਾਏ ਦਾ ਮਤਲਬ ਸੋਚੋ ਮਾਈਨਸ ਕਰੋ, ਰਿਡਿਊਸਿਸ ਟੂ ਦਾ ਮਤਲਬ ਫਾਈਨਲ ਵੈਲਿਊ ਹੈ, ਟੂ ਦਾ ਮਤਲਬ ਕੀ ਹੁੰਦਾ ਫਾਈਨਲ ਵੈਲਿਊ ਹੈ। ਤੇ ਇੱਥੇ ਜੀ ਡੈਸ਼ ਕਿੰਨਾ ਹੋ ਜਾਊਗਾ, ਇਟ ਵੁੱਡ ਬੀ 9% ਆਫ ਜੀ। ਕਲੀਅਰ? ਇੱਥੇ ਜੀ ਡੈਸ਼ ਬਾਈ ਜੀ ਦੀ ਵੈਲਿਊ ਕਿੰਨੀ ਹੋ ਜੂਗੀ 81/100। ਇੱਥੇ ਜੀ ਡੈਸ਼ ਬਾਈ ਜੀ ਦੀ ਵੈਲਿਊ ਕਿੰਨੀ ਹੋ ਜੂਗੀ 9/100%। ਦਾ ਮਤਲਬ ਬਾਈ ਡਿਫਾਲਟ ਕੀ ਹੁੰਦਾ 100। 7/3r। सर 7/3 आंसर आ गया। ਸਨਾਕਸ਼ੀ ਆ ਕਲੀਅਰ ਹੈ ਬੱਚੇ? ਹੁਣ यस सर इतना ही है। 64/100 ਇਸੇ ਤਰੀਕੇ ਨਾਲ ਆਇਆ ਸੀ। ਬੋਲ ਕੇ ਦੱਸ ਸਕਦੇ ਹੋ ਯੈਸ ਨੋ ਕਰਕੇ? ਉਹ ਮੈਨੂੰ ਤੁਹਾਡੇ ਚੈਟ ਚੈੱਕ ਕਰਨਾ ਔਖਾ ਹੁੰਦਾ, ਤੁਸੀਂ ਬੋਲ ਪਿਆ ਕਰੋ। ਤਾਂ ਇਹਦੀ ਵੈਲਿਊ ਹੋ ਜੂਗੀ ਆਰ ਓਵਰ ਆਰ ਪਲਸ ਐਚ। ਸਚਿਨ ਨਹੀਂ ਬੋਲ ਰਿਹਾ, ਜਸ਼ਨ ਵੀ ਨਹੀਂ ਕੁਛ ਬੋਲ ਰਿਹਾ, ਆ ਸਕੁਏਅਰ ਕੈਂਸਲ ਹੋ ਜੂ 9/10 ਬਣ ਜੂ। ਸਚਿਨ ਹੈ ਕਲਾਸ 'ਚ? ਇਸ ਨੂੰ ਕ੍ਰਾਸ ਮਲਟੀਪਲਾਈ ਕਰ ਦਿਓ। ਫੇਰ ਕੁਝ ਸਮਝ ਆ ਰਿਹਾ ਕਿਵੇਂ ਜਾ ਰਿਹਾ ਉੱਪਰੋਂ? ਨਾ ਸਰ। ਫਿਰ ਆਨਸਰ ਤੁਸੀਂ ਦੇ ਨਹੀਂ ਰਹੇ ਬੱਚੇ। ਐਚ ਦੀ ਵੈਲਿਊ ਬਣ ਰਹੀ ਆ r/9 ਪਹਿਲੇ 'ਚ। ਇੱਥੇ ਦਾ ਅਨਡੂਡ ਕਰ ਦਾਂਗੇ, ਇਹ ਬਣ ਜੂ 3, ਇਹ ਬਣ ਜੂ 10। 3/10 ਇਜ਼ ਇਕੁਅਲ ਟੂ r ਓਵਰ r ਪਲਸ ਐਚ। ਕ੍ਰਾਸ ਮਲਟੀਪਲਾਈ ਕਰਕੇ ਕਿੰਨਾ ਬਣ ਜੂ
h is equal to 7/3 yes 7/3 yes 7/3 यार क्लियर ਸਾਰਿਆਂ ਨੂੰ ਸਿੰਪਲ ਨੇ ਕੁਐਸਚਨ ਔਖੇ ਔਖੇ ਨਹੀਂ ਹੈਗੇ ਈਜ਼ੀ ਹੈ clear ਧਿਆਨ ਨਾਲ ਕਰੋ ਬਸ ਹੁਣੇ ਆਪਣੇ ਕੋਲ ਹਾਈਟ ਵਾਲੇ ਹੋ ਗਏ ਹਾਈਟ ਤੋਂ ਬਾਅਦ ਆਪਾਂ ਕਰਾਂਗੇ ਡੈਪਥ ਵਾਲੇ ਡੈਪਥ ਵਾਲੀ ਸਟੇਟਮੈਂਟ ਲਿਖ ਦਿੰਦੇ ਹਾਂ ਇੱਕ ਅੱਧੀ ਐਂਡ ਜਿਨ੍ਹਾਂ ਦਾ ਪੈਂਡਿੰਗ ਆ ਉਹ ਨਿਚਲਾ ਨੋਟ ਕਰੋ ਹਲੇ calculate g dash at depth of मनीष कनेक्ट नहीं हो रहा बच्चे की प्रॉब्लम आ रही है फर्स्ट पार्ट है 1600 किलोमीटर फ्रॉम सरफेस मनीष हो गया कनेक्ट ਹੁਣ ਹੋ ਗਿਆ ਵਾਲਾ ਕੁਐਸਚਨ ਤਾਂ ਜਿਹੜਾ ਯੈਲੋ ਚ ਲਿਖਿਆ ਹੈ ਇਸ ਨੂੰ ਨੋਟ ਕਰੋ ਤੇ ਸੋਲਵ ਕਰੋ ਬਹੁਤ ਈਜ਼ੀ ਕੁਐਸਚਨਸ ਹੈ g dash is equal to ਕੀ ਫਾਰਮੂਲਾ ਹੁੰਦਾ ਹੈ ਡੈਪਥ ਨਾਲ 1 minus x by r r ਕਿੰਨਾ ਹੈ ਬਾਈ ਡਿਫਾਲਟ 6400 6400 ਕਿਲੋਮੀਟਰ ਤੇ x ਕਿੰਨਾ ਗਿਵਨ ਹੈ 1600 ਹਾਂਜੀ ਹੁਣ ਲੌਜੀਕਲ ਸਮਝੋ ਆਪਣੇ ਕੋਲ ਆ ਸੈਂਟਰ ਹੈ ਆਪਣੇ ਕੋਲ ਡੈਪਥ ਹੈ ਆਪਣੇ ਕੋਲ ਕਿੰਨਾ ਹੈਗਾ ਆ ਵਾਲਾ x ਹੈ 48000 ਆ ਰਿਹਾ ਆਨਸਰ 48000 ਕਿਵੇਂ ਆਊਗਾ ਬੱਚੇ ਜਸ਼ਨ ਬੇਸਿਕ ਕੈਲਕੂਲੇਸ਼ਨਸ ਨੇ ਪੁੱਤ ਇਹ ਹੋ ਜੂ g into 1 minus 1600 by 6400 सचिन आंसर दसो g into कितना बन रहा है ਸਰ 6 ਆ ਰਿਹਾ किथे ਨਾ ਸਰ 75 ਆ ਰਿਹਾ ਮੇਰਾ ਹੁਣ की किदा आंसर आने लग गया 75 कम लियो ਸਰ 6 ਆ ਰਿਹਾ ਆਪਾਂ 10 ਨਹੀਂ ਪੁੱਟ ਕਰਨੇ जी ਦੀ वैल्यू 10 पुट करोगे ਤਾਂ ਵੀ ठीक है नहीं करोगे ਤਾਂ ਵੀ ठीक है 1 minus 3/4 कितना बनूगा 1/4 नहीं आऊगा कि कैलकुलेशन नहीं आनी ਸਰ 3 ਆ ਰਿਹਾ हाँ जी 3 करो सॉल्व गलती लभो सर डिवाइड मिस्टेक है यस जान के छड्डी सी 3/4 आ गया जान के छड्डी सी ਹਾਂਜੀ ਸਰ ओ जशन ते तो टिकया नहीं जांदा क्यों गंद पाई जाना उन्हें यार तू साफ कर इनू ये समझो मैनू पता नहीं लगता नेक्स्ट वाला भी करो ਇਹਦਾ
ਆਪਣੇ ਕੋਲ ਇੱਥੇ 1/4 ਬਣੂਗਾ, ਇੱਥੇ 3/4 ਬਣ ਜਾਊ, ਤਾਂ 3/4 ਇੰਟੂ ਜੀ ਬਣੂ, ਜਿਸ ਨੂੰ 10 ਲਿਖ ਸਕਦੇ ਹੋ, 7.5 ਆਊ। ਜਸ਼ਨ ਤੂੰ ਕੁਝ ਹੋਰ ਹੀ ਬੋਲ ਰਿਹਾ ਸੀ ਪਹਿਲਾਂ ਵੈਲਿਊ, ਯਾਦ ਹੈ ਕੀ ਬੋਲ ਹਾਂਜੀ ਰਿਹਾ ਸਰ 7.5 ਸਰ ਆ। ਮੈਂ ਅਪॉन ਚ ਉਹ ਲਿਖਣਾ ਭੁੱਲ ਗਿਆ ਸੀ ਮੈਂ ਹੀ ਸੀ? ਤਾਂ ਹੀ ਕੀ 75 ਕਹਿੰਦੇ ਨੇ ਬੋਲ ਰਿਹਾ ਸੀ ਆਰ ਨਾ, ਲਿਖਣਾ ਭੁੱਲ ਗਿਆ ਸੀ। ਮੈਂ ਇਸੇ ਲਈ ਕਹਿਣਾ ਹੁੰਦਾ, ਚੀਜ਼ਾਂ ਤੁਸੀਂ ਸਹੀ ਕਰ ਲੈਂਦੇ ਹੋ, ਕੈਲਕੂਲੇਸ਼ਨ 'ਚ ਗਲਤੀ ਕਰਦੇ ਹੋ। ਹੁਣ ਸੈਕਿੰਡ ਪਾਰਟ ਦੇ ਵਿੱਚ ਕੀ ਕੀਤਾ ਹੋਇਆ, 1600 ਕਿਲੋਮੀਟਰ ਫਰੋਮ ਸੈਂਟਰ ਹੈ, ਤਾਂ ਸੈਂਟਰ ਤੋਂ ਡਿਸਟੈਂਸ ਦੇਖਣਾ ਹੁਣ ਸੈਕਿੰਡ ਪਾਰਟ ਦੇ ਵਿੱਚ, ਤਾਂ ਆਪਾਂ ਨੂੰ ਕੀ ਗਿਵਨ ਹੈ ਹੁਣ, 1600 ਕਿਸ ਦੀ ਵੈਲਿਊ ਹੈ, 1600 ਆਪਣੇ ਕੋਲ ਕਿਹਦੀ ਵੈਲਿਊ ਹੈ, ਆਪਣੇ ਕੋਲ ਫਿਰ x ਦੀ। ਨਹੀਂ, ਧਿਆਨ ਨਾਲ ਦੇਖੋ, ਦੁਬਾਰਾ ਕਹਿ ਰਿਹਾ ਮੈਂ, 1600 ਆਪਣੇ ਕੋਲ ਕਿਹਦੀ ਵੈਲਿਊ ਹੈ, आर ਆਰ ਦੀ r minus x। ਬਿਲकुल सही है, r माइनस एक्स दी है। जे r माइनस एक्स की वैल्यू 1600 है तो अपने कोल x की वैल्यू कितनी आऊ, यही चीज़ां देखनियां ने। अपने कोल अर्थ का डिस्टेंस कितना हैगा 1600, टोटल डिस्टेंस कितना है 6400, 4800 माइनस कर दो सीधा 1600, 4800 आ जाऊगा, तो x की वैल्यू कितनी हो जाएगी 4800। इस चीज़ का ध्यान रखना है। ਹੁਣ ਫਾਰਮੂਲੇ ਦੇ ਵਿੱਚ 1 ਮਾਈਨਸ x ਬਾਈ r ਦੇ ਵਿੱਚ ਕੀ ਪੁੱਟ ਕਰਾਂਗੇ, g ਇੰਟੂ 1 ਮਾਈਨਸ 4800 ਬਾਈ 6400। ਲੌਜਿਕ ਸਾਰਿਆਂ ਨੂੰ ਕਲੀਅਰ ਹੈ? ਇੱਥੇ 3/4 ਬਣੂਗਾ। ਨੋ ਸਰ। ਪਹਿਲੇ ਪਾਰਟ ਦੇ ਵਿੱਚ ਆਪਾਂ ਨੂੰ ਗਿਵਨ ਸੀ सर आर माइनस एक्स नहीं पता लग गया। ਸਟੇਟਮੈਂਟ 'ਚ ਦੇਖੋ ਧਿਆਨ ਨਾਲ, ਪਹਿਲੇ ਪਾਰਟ 'ਚ ਗਿਵਨ ਸੀ ਫਰੋਮ ਦਾ ਸਰਫੇਸ, ਆਪਣੇ ਕੋਲ ਟੌਪ ਤੋਂ ਕਿੰਨਾ ਡਿਸਟੈਂਸ ਸੀਗਾ 1600 ਕਿਲੋਮੀਟਰ। ਆਪਾਂ ਨੇ ਕੁਐਸਚਨ ਉਸ ਅਕੋਰਡਿੰਗ ਹੀ ਕੀਤੇ ਹੋਏ ਨੇ, ਫਾਰਮੂਲੇ ਵੀ ਉਸ ਅਕੋਰਡਿੰਗ ਕੀਤੇ ਠੀਕ ਹੈ। ਸੈਕਿੰਡ ਪਾर्ट उसने क्या है 1600 किलोमीटर फ्रॉम अर्थ सर्फेस। जे 1600 किलोमीटर फ्रॉम अर्थ सर्फेस होगा तो अर्थ की सर्फेस तो सॉरी फ्रॉम सेंटर, उल्टा बोल गया मैं, फ्रॉम अर्थ सेंटर 1600 किलोमीटर फ्रॉम अर्थ सेंटर है तो अर्थ के सेंटर तो डिस्टेंस r माइनस एक्स नहीं होगा, r माइनस एक्स छटो आ छटो, ऐ समझो जे अपने कोल सेंटर तो डिस्टेंस 1600 है, डायग्राम से देखो होप सो सारे विजिबल हो रहा है, आ 1600 किलोमीटर है, आ टोटल डिस्टेंस 6400 किलोमीटर है, तो एक्स कितना बचूगा 6400 माइनस 1600 हो जाऊगा। हूँ ठीक है, यस तो यदी वैल्यू कितनी हो जू 4800 हो जू, किस चीज़ की वैल्यू एक्स की वैल्यू, जिसनों आप फॉर्मूले च पुट करना है। सिंपल है, बहुत सिंपल है, ध्यान नाल करो। क्लीयर सारे नू, डिफरेंस पता लग गया? यस सर। यस सर। अरुण, यस सर। सोनाक्षी, अमन, कुणाल, अरे तो मनीष, यूनिट्स मीटर पर सेकंड स्क्वायर पाने नहीं। बिल्कुल सही है। जो आप वैल्यू च Yeah. यूनिट पाने ने उस मूवमेंट से अपन ने मीटर पर सेकंड स्क्वायर पाने हैं, बिकॉज दिस इज एक्सेलरेशन ड्यू टू ग्रेविटी। टीशा जो कभी बोलती नहीं यस सर। चलो नैक्सट क्वेश्चन देखो, हुण वधिया फ्लो बनया होया, 2-3 क्वेश्चन वधिया हो जाएंगे अपने। कैलकुलेट, मैं शॉर्ट फॉर्म च पाना क्वेश्चन, जी डैश एट हाइट 10 किलोमीटर फ्रॉम अर्थ सरफेस। अर्थ की सरफेस तो 10 किलोमीटर हाइट ते आपां ने जी डैश की वैल्यू फाइंड करनी है। किहड़ा फॉर्मूला लगू? हाइट वाला। हाइट वाला। ਹੁਣ ਧਿਆਨ ਨਾਲ ਦੇਖੋ, ਜਿਹੜੀ h ਦੀ ਵੈਲਿਊ ਦਿੱਤੀ ਹੋਈ ਹੈ 10 ਕਿਲੋਮੀਟਰ ਦਿੱਤੀ ਹੋਈ। ਹੁਣ 10 ਕਿਲੋਮੀਟਰ ਰੇਡੀਅਸ ਆਫ ਅਰਥ ਦੈਟ ਇਜ਼ 6400 ਕਿਲੋਮੀਟਰ, ਇਹਦੇ ਨੇੜੇ ਤੇੜੇ ਹੈ ਕਿ ਦੂਰ ਦੂਰ ਹੈ? सर बहुत सर दूर है। बहुत ज्यादा दूर है। ਬਿਲकुਲ ਸਹੀ ਹੈ। ਤਾਂ ਬਹੁਤ ਜੀ ਦੂਰ ਹੈ। ਡੈਸ਼ ਕਿਹਦੇ ਇਕੁਅਲ ਬਣੂ? ਫਾਰਮੂਲਾ ਕੀ ਲੱਗੂ? r ਬਾय r ਪਲੱਸ h ਦਾ ਸਕੁਅਰ ਜਾਂ ਫਿਰ ਸ਼ਾਰਟ ਫਾਰਮ ਵਾਲਾ ਜਿਹੜਾ ਸਪੈਸ਼ਲ ਕੇਸ ਦਾ ਕੀਤਾ ਸੀ? ਫਾਰਮੂਲਾ ਕੀ ਲੱਗੂ? ਸਪੈਸ਼ਲ ਕੇਸ ਵਾਲਾ ਕਿ r ਓਵਰ r ਪਲੱਸ h?
सर स्पेशल स्पेशल केस वाला स्पेशल केस वाला, क्योंकि जे ए वाला ਫਾਰਮੂਲਾ ਯੂਜ਼ ਕਰਾਂਗੇ ਕੰਪਲਿਕੇਸ਼ਨਸ ਵਧਣਗੀਆਂ, ਤਾਂ ਆਪਾਂ ਯੂਜ਼ ਕਰ ਸਕਦੇ ਆ 1 2h/r। ਵੈਲਿਊ ਪੁੱਟ ਕਰ ਦੋ, ਆਨਸਰ ਆ ਜਾਓ। ਦੇਖੋ ਕਿੰਨਾ ਆਉਂਦਾ ਹੈ। ਫਿਰ ਨੈਕਸਟ ਕੁਐਸਚਨ ਲਿਖ ਰਿਹਾ ਮੈਂ। ਆਇਆ ਕਿਸ ਦਾ ਆਨਸਰ? ਵੈਲਿਊ ਕਿਵੇਂ ਪੁੱਟ ਕਰਾਂਗੇ? g ਇੰਟੂ 1 ਮਾਈਨਸ, ਨਿਚਲਾ ਕੁਐਸਚਨ ਨਾ ਰੀਡ ਕਰੋ ਹਲੇ, ਸਿਰਫ ਆਹੀ ਦੇਖੋ ਜੋ ਡਿਸਕਸ ਕਰ ਰਹੇ ਹਾਂ। 2 ਇੰਟੂ 10/6400, ਇੱਥੇ ਧਿਆਨ ਨਾਲ ਦੇਖੋ। ਸਰ 9.9 ਆ ਰਿਹਾ ਹੈ। ਕਿੰਨਾ ਆ ਰਿਹਾ ਬੱਚੇ? ਹਾਂਜੀ ਸਰ 9.9 उतना ही होगा, कोई फर्क नहीं पैना वैसे तो। रेडियस गायब कर रहे हैं इतों सॉल्व करने वास्ते। अच्छा एक चीज़ का ध्यान रखियो, न्यूमिनेटर च किलोमीटर है, डिनोमिनेटर च किलोमीटर रखियो, ताई आपस कैंसल होंगे। अपने को बन जू 32, ये बन जू g इंटू 1 माइनस 1/32, g इंटू 32 माइनस 1/32, 31/32 इंटू g। आ चीज़ बन जू, इसनों एज इट इज़ भी छड़ सकते हो। जी की वैल्यू 320 नहीं आओ 320 आऊगा यस यस यस, फिर न्यूमरेटर च भी चेंज होना सी, इतने 320 हो जू, 320 च गया 319 आना। हुण ठीक है, तो 319/320 जी। ठीक है, कैलकुलेशन मिस्टेक सी मेरे तो इस कोई फर्क नहीं पै रहा। 319/320 ਨੂੰ ਅਪਰੋਕਸੀਮੇਟਲੀ 1 ਲਿਖ ਸਕਦੇ ਆਪਾਂ। कैलकुलेटर ਤੇ ਚੈੱਕ ਕਰਨਾ, कैलकुलेटर ਤੇ ਕਰ ਲਓ, कोई फर्क नहीं पैना। लॉजिक क्लीयर सारे ਨੂੰ? बहुत माइन्यूट ਜਿਹਾ डिफरेंस ਪਊਗਾ, उसਨੂੰ ਆਪਾਂ ਇਗਨੋਰ ਕਰ ਸਕਦੇ ਹਾਂ। ਫਿਰ ਨੈਕਸਟ ਕੁਐਸਚਨ ਦੇਖੋ, ਕਰੋ ਟਰਾਈ ਸੇਮ ਮੈਥਡ ਨਾਲ। ਮੇਰਾ ਪਰਪਸ ਤੁਹਾਡੀ ਸਪੀਡ ਇਨਕਰੀਜ਼ ਕਰਨਾ ਕੁਐਸਚਨਸ 'ਚ ਇੰਟਰਸਟ ਪਾ ਕੇ, ਇਸੇ ਲਈ ਥੋੜੀ ਜਿਹੀ ਸਪੀਡ ਇਨਕਰੀਜ਼ ਕੀਤੀ ਹੋਈ ਹੈ ਮੈंने ਆਪਣੀ। ਆ ਕੁਐਸਚਨ ਕਰੋ ਨੈਕਸਟ ਵਾਲਾ। दोनों की अलग अलग वैल्यू फाइंड करनी है। बिल्कुल सही है, हाइट वास्ते अलग करांगे आ फॉर्मूला लगा के। अरे हाइट वास्ते भी अपने को अप्रोक्सीमेटली 1 ने आ रहा ही, कोई फर्क नहीं पैना पुੱਤ, बट डिफरेंस ਦਾ ਫਰਕ ਪੈ ਜੂ ਜੇ ਆਪਾਂ ਪਰਸੈਂਟੇਜ ਕੱਢਾਂਗੇ। ਉੱਪਰਲਾ ਹੋ ਗਿਆ ਸਾਰਿਆਂ ਦਾ? एक्चुअल च ਜਿਹੜਾ ਹੁਣ ਕੁਐਸਚਨ ਲਿਖਵਾਇਆ ਨੀਚੇ, ਇਹਦੇ ਚ ਥਿਓਰੈਟੀਕਲੀ ਆਬਜ਼ਰਵ ਕਰਾਣਾ ਹੈ, ਜਿਸ ਪਰਪਸ ਲਈ ਆ ਲਿਖਿਆ ਹੋਇਆ। ਤਾਂ ਆਪਣੇ ਕੋਲ ਲੌਜੀਕਲੀ ਡੈਲਟਾ g/g ਇੱਥੇ ਆ ਜਾਊਗਾ 2h/r ਹਾਈਟ ਦੇ ਕਾਰਨ, ਤੇ g/g ਇਹਦੇ ਚ ਆ ਜਾਊਗਾ x/r ਡੈਪਥ ਦੇ ਕਾਰਨ। ਇੱਥੇ ਆਪਣੇ ਕੋਲ ਬਣ ਜਾਊਗਾ 2 ਟਾਈਮ, ਵੈਸੇ ਪਹਿਲਾਂ ਪ੍ਰੋਪਰ ਸੋਲਵ ਵੀ ਕਰ ਲੈਂਦੇ ਆ, ਉਹੀ ਫਿਰ ਬਾਅਦ ਚ ਉਲਝੋਗੇ ਤੁਸੀਂ। g डैश इतने आ जाऊगा g इंटू 1 माइनस 2 किलोमीटर बाय 6400 किलोमीटर, 3200 आ गया। ये बन जाऊगा 3199 बाय 3200 जी, जी डैश आ गया हाइट के कारण। वैल्यू तो सॉल्व कर रहे हो क्या? इन छड्डता कर रहे हैं सर 9.99 आंसर। उस टाइप की वैल्यू ना कोई फर्क नहीं पैना। ये बन जू 63, मतलब इतने लिखांगे 6400 माइनस 1/6400 इंटू जी।
वैल्यू वुड बी 6399 बाय 6400 जी जी डैश की वैल्यू। ਹੁਣ ਲੌਜੀਕਲੀ क्या ऑब्जर्व करके इसनों कोई दस सकता है, मतलब जे मैं इसनों मल्टीप्लाई करदा इस टर्म ਨੂੰ ਕੰਪੈਰੀਜ਼ਨ ਵਾਸਤੇ ਮਲਟੀਪਲਾਈ ਕਰ ਰਿਹਾ 2 ਨਾਲ, ਧਿਆਨ ਨਾਲ ਦੇਖੋ मैं इस टर्म ਨੂੰ 2 ਨਾਲ ਮਲਟੀਪਲਾਈ 2 ਤੇ ਡਿਵਾਈਡ, डिनोमिनेटर कितना बन गया 6400, न्यूमरेटर हो जाएगा 6398 जी आ बन गया अपने को जी डैश। ਹੁਣ ਜਦੋਂ ਦੋਨਾਂ ਨੂੰ ਕੰਪੇਅਰ ਕਰਨਾ, ਆਪਣਾ ਮਾਈਕ ਬੰਦ ਕਰੋ ਜਿਹਦਾ ਵੀ ਚੱਲ ਰਿਹਾ ਹੈ, ਜਦੋਂ ਦੋਨਾਂ ਨੂੰ ਕੰਪੇਅਰ ਕਰਨਾ ਹੈ। ਹੁਣ ਪਹਿਲਾਂ ਦੱਸੋ ਇਹ ਵੈਲਿਊਜ਼ ਕਿਵੇਂ ਆ ਗਈਆਂ, ਸਮਝ ਆ ਗਿਆ ਸਾਰਿਆਂ ਨੂੰ? यस ਸਾਰਿਆਂ ਨੂੰ ਕਲੀਅਰ ਹੈ यस ਨਾ? सर यस सर 2 ਨਾਲ ਮਲਟੀਪਲਾਈ 2 ਨਾਲ ਡਿਵਾਈਡ ਦਾ ਵੀ ਪਤਾ ਲੱਗ ਗਿਆ। क्योंकि अपने को 2 ਨਾਲ ਮਲਟੀਪਲਾਈ 2 ਨਾਲ ਡਿਵਾਈਡ ਕਰਕੇ डिनोमिनेटर सेम होगा 6400 हो गया। ठीक है, ਹੁਣ डिनोमिनेटर कितना है 6400, ਦੂਜੀ ਸਾਈਡ ਤੇ ਵੀ 6400 ਹੈ, ਜੀ ਨਾਲ ਜੀ ਹੈ। ਜੇ ਆਪਾਂ ਕੰਪੇਅਰ ਕਰਦੇ ਹਾਂ ਤਾਂ ਕਿਹਦਾ ਜੀ ਡੈਸ਼ ਜ਼ਿਆਦਾ ਹੈ, ਡੈਪਥ ਵਾਲੇ ਦਾ ਜਾਂ ਫਿਰ ਹਾਈਟ ਵਾਲੇ ਦਾ? ਵੈਲਿਊ ਕਿਹਦੀ ਜ਼ਿਆਦਾ ਜੀ? डेप्थ दा Depth. डेप्थ ज़्यादा है क्योंकि उससे डेप्थ 6399 है, इससे 6398 है। ठीक है, वैसे भी क्वेश्चन की स्टेटमेंट तो नोट कर ली ना नीचले वाली, वैसे भी जे ਆਪਾਂ ਹਾਈਟ ਤੇ ਜਾਂਦੇ ਆ, ਧਿਆਨ ਨਾਲ ਦੇਖੋ ਹੁਣ ਮੈਂ ਫਾਰਮੂਲੇ ਨੂੰ ਥੋੜਾ ਹੋਰ ਚੇਂਜ ਕਰ ਰਿਹਾ, ਮੋਡੀਫਾਈ ਕਰ ਰਿਹਾ। ਆਪਣੇ ਕੋਲ ਆ ਫਾਰਮੂਲਾ ਹੁੰਦਾ, ਇਸ ਨੂੰ ਮੈਂ ਲਿਖ ਰਿਹਾ ਜੀ ਡੈਸ਼ ਬਾਈ, ਹਾਂਜੀ सर जी सॉल्व करते दोनों दे आंसर तो इक्वल आ रहे ने। न्यूमेरिकली वैल्यू बच्चे अप्रॉक्सीमेटली इक्वल हो, एग्जैक्टली इक्वल नहीं आनी, ਉਹੀ ਚੀਜ਼ ਦੀ सर ਕੁਝ दोनों दे ऑब्जर्व ਕਰਨ 9.99 नहीं आ रही है। ਬੱਚੇ ਅੱਗੇ ਅੱਗੇ ਕਰੀ ਜੂਗਾ ਨਾ ਪਾਸ। ਹੁਣ ਇਸ ਲਈ ਤਾਂ ਡਿਫਰੈਂਸ ਦੱਸਿਆ, ਇੱਕ 'ਚ 8 ਹੈ ਇੱਕ 'ਚ 9 ਹੈ, ਨੈਗਲੀਜੀਬਲ ਡਿਫਰੈਂਸ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਜਦੋਂ ਇੱਥੇ ਡੈਲਟਾ ਜੀ ਬਾਈ ਜੀ ਕਰ ਹੋ ਜੂ, ਇਹ ਬਣ ਜੂ 2h ਬਾਈ ਆਰ ਹਾਈਟ ਦੇ ਕਾਰਨ, ਜਦੋਂ ਇੱਥੇ ਡੈਲਟਾ ਜੀ ਬਾਈ ਜੀ ਬਣ ਜੂ ਇਹ ਬਣ ਜੂ x ਬਾਈ ਆਰ। ਹੁਣ ਧਿਆਨ ਨਾਲ ਦੇਖੋ ਡੈਲਟਾ ਜੀ ਕਿਹਦਾ ਜ਼ਿਆਦਾ ਚੇਂਜ ਕਰ ਰਿਹਾ, ਹਾਈਟ ਦੇ ਕਾਰਨ ਜਾਂ ਉਹ ਡੈਪਥ ਦੇ ਕਾਰਨ? लेफ्ट साइड हाइट वाली है, राइट साइड डेप्थ वाली है, लेफ्ट साइड हाइट वाली राइट साइड डेप्थ वाली, ज़्यादा फर्क किस च पऊगा, डेप्थ ਦੇ ਵਿੱਚ ਜਾਂ ਫਿਰ ਹਾਈਟ ਦੇ ਵਿੱਚ? ਡੈਪਥ ਦੇ ਵਿੱਚ ਜ਼ਿਆਦਾ ਫਰਕ ਪਊਗਾ। ਕਿਵੇਂ ਫਰਕ ਪਊਗਾ? ਉਹ ਲੋ ਆਪੋਜ਼ਿਟ ਹੈ। ਮੈਂ ਪੁੱਛਿਆ ਡੈਲਟਾ ਜੀ ਕਿਹਦਾ ਜ਼ਿਆਦਾ ਹੈ, ਲੈਫਟ ਸਾਈਡ ਤੇ ਐਚ ਤੇ ਐਕਸ ਕੀ ਹੈ, ਦੋਨੇ 1 ਕਿਲੋਮੀਟਰ ਹੈ ਹੈਗੇ। ਹੁਣ ਜੇ ਲੈਫਟ ਤੇ ਦੇਖਦੇ ਆ ਤਾਂ ਉਹ ਬਣ ਜੂਗਾ 2 ਕਿਲੋਮੀਟਰ, ਰਾਈਟ ਵਾਲਾ ਰਹਿ ਜੂਗਾ 1 ਕਿਲੋਮੀਟਰ, ਸਮਝੇ? ਤੇ 2 ਕਿਲੋਮੀਟਰ ਆ ਗਿਆ ਡੀ, ਤਾਂ 2 ਵਾਲੇ ਦਾ ਜ਼ਿਆਦਾ ਇਫੈਕਟ ਹੋਊਗਾ ਐਜ਼ ਕੰਪੇਅਰ ਟੂ 1 ਵਾਲੇ ਦਾ। ਨਿਊਮਰੇਟਰ ਕਿੰਨਾ ਹੈ 2 ਹੈ, ਰਾਈਟ 'ਚ ਕਿੰਨਾ ਹੈ 1। ਤਾਂ ਹਾਈਟ सर डेल्टा जी किमें हो गया? ਡੈਲਟਾ ਜੀ ਇਸ ਫਾਰਮੂਲੇ ਤੋਂ ਹੋ ਗਿਆ ਬੱਚੇ, ਮਤਲਬ ਇਸ 1 ਨੂੰ ਇੱਥੇ ਲੈ ਕੇ ਤਾਂ ਉਹ ਡੈਲਟਾ ਜੀ ਬਣ ਗਿਆ। ਰਾਈਟ ਸਾਈਡ ਤੇ ਆਪਣੇ ਕੋਲ ਬਚ ਗਿਆ 2h ਬਾਈ ਆਰ, ਇਸ 1 ਨੂੰ ਆਪਾਂ ਲੈਫਟ ਸਾਈਡ ਲੈ ਗਏ ਤਾਂ ਆਪਣੇ ਕੋਲ ਡੈਲਟਾ ਜੀ ਆ ਗਿਆ, ਰਾਈਟ ਸਾਈਡ ਰਹਿ ਗਿਆ x ਬਾਈ ਆਰ। ਹਾਈਟ ਨਾਲ ਗ੍ਰੈਵਿਟੀ ਦਾ ਜ਼ਿਆਦਾ ਫਰਕ ਪੈਂਦਾ ਹੈ, ਮਤਲਬ ਜੇ ਮੈਂ ਧਿਆਨ ਨਾਲ ਸੁਣਿਓ, ਹਾਈਟ ਨਾਲ ਗ੍ਰੈਵਿਟੀ ਦਾ ਜ਼ਿਆਦਾ ਫਰਕ ਪੈਂਦਾ ਹੈ, ਮਤਲਬ ਜੇ ਮੈਂ 10 ਕਿਲੋਮੀਟਰ ਹਾਈਟ ਤੇ ਜਾਊਂਗਾ, ਠੀਕ ਹੈ, ਤੇ 10 ਕਿਲੋਮੀਟਰ ਡੈਪਥ ਤੇ ਜਾਊਂਗਾ ਤਾਂ ਉੱਪਰ ਜਾਂਦੇ ਹੋਏ ਮੇਰੀ ਗ੍ਰੈਵਿਟੀ ਜਲਦੀ ਡਿਕਰੀਜ਼ ਕਰੂ। ਸਮਝੇ ਕਿਵੇਂ ਕਹਿ ਰਹੇ ਹਾਂ? ਹਾਈਟ ਨਾਲ ਡੈਪਥ ਦੇ ਕੰਪੈਰੀਜ਼ਨ ਦੇ ਵਿੱਚ ਐਸਲਰੇਸ਼ਨ ਡਿਊ ਟੂ ਗ੍ਰੈਵਿਟੀ ਦਾ ਜ਼ਿਆਦਾ ਫਰਕ ਪੈਂਦਾ ਹੈ। ਜੇ ਮੈਂ 10 ਕਿਲੋਮੀਟਰ ਉੱਪਰ ਚਲਾ ਗਿਆ, ਹਾਈਟ ਤੇ ਚਲਾ ਗਿਆ, ਤੇ 10 ਕਿਲੋਮੀਟਰ ਨੀਚੇ ਚਲਾ ਗਿਆ, ਤਾਂ ਹਾਈਟ ਵਾਲੀ ਜਗ੍ਹਾ ਤੇ ਮੇਰੀ ਐਸਲਰੇਸ਼ਨ ਡਿਊ ਟੂ ਗ੍ਰੈਵਿਟੀ ਘੱਟ ਹੋਊਗੀ ਐਜ਼ ਕੰਪੇਅਰ ਟੂ ਐਸਲਰੇਸ਼ਨ ਡਿਊ ਟੂ ਗ੍ਰੈਵਿਟੀ 10 ਕਿਲੋਮੀਟਰ ਬਿਲੋ ਦਾ ਸਰਫੇਸ ਆਫ ਅਰਥ। ਸਟੈਪ ਸਮਝ ਗਏ ਕਿ ਫਰਕ ਸਰ ਕਿਸ 'ਚ ਇਹਦਾ ਜ਼ਿਆਦਾ ਰੀਜ਼ਨ ਪੈਂਦਾ ਹੈ? ਬਸ ਇਹੀ ਹੈ 2 ਕਿ ਹੈ, ਹਾਈਟ ਤੇ ਆਪਾਂ ਸੈਂਟਰ ਆਫ ਅਰਥ ਤੋਂ ਜ਼ਿਆਦਾ ਦੂਰ ਹੋ ਗਏ ਐਸ ਕੰਪੇਅਰ ਟੂ ਡੈਪਥ। ਕਹਿ ਸਕਦੇ ਹਾਂ ਫਾਰਮੂਲਾ ਵਾਈਜ਼ ਕਹਿ ਸਕਦੇ ਹਾਂ, ਇਸ 'ਚ 2h ਹੈ ਤਾਂ 2 ਜਿਹੜਾ ਹੈਗਾ ਜ਼ਿਆਦਾ ਫਰਕ ਪਾ ਰਿਹਾ, ਇਹਦੇ ਵਿੱਚ ਇਕੱਲਾ x ਹੈ ਤਾਂ ਕੋਫੀਸ਼ੀਐਂਟ ਕੀ ਹੈ ਇੱਥੇ 2 ਹੈ, ਇਸ ਸਾਈਡ ਤੇ 1 ਹੈ, ਤਾਂ 2 ਵਾਲੇ ਦਾ ਜ਼ਿਆਦਾ ਇਫੈਕਟ ਹੈ ਐਜ਼ ਕੰਪੇਅਰ ਟੂ 1, ਸਿੰਪਲ। ਠੀਕ ਹੈ, ਤਾਂ ਆਪਣੇ ਕੋਲ ਕੀ ਬਣੂਗਾ? ਐਸਲਰੇਸ਼ਨ ਡਿਊ ਟੂ ਗ੍ਰੈਵਿਟੀ, ਨਾਲ ਨੋਟ ਕਰ ਲਓ, ਐਸਲਰੇਸ਼ਨ ਡਿਊ ਟੂ ਗ੍ਰੈਵਿਟੀ decreases more
with height as compared to depth। ਇੱਕ ਸਿੰਗਲ ਲਾਈਨ ਹੈ ਕਿ ਜਿਹੜੀ ਐਸਲੇਸ਼ਨ ਡਿਊ ਟੂ ਗ੍ਰੈਵਿਟੀ ਹੈ ਉਹ ਹਾਈਟ ਨਾਲ ਜ਼ਿਆਦਾ ਚੇਂਜ ਕਰੂਗੀ, ਚੇਂਜ ਦੀ ਗੱਲ ਕਰ ਰਹੇ ਹਾਂ, ਜ਼ਿਆਦਾ ਚੇਂਜ ਕਰੂਗੀ ਐਜ਼ ਕੰਪੇਅਰ ਟੂ ਡੈਪਥ। ਕਲੀਅਰ ਸਾਰਿਆਂ ਨੂੰ? सर ये 2h का नाम नहीं समझा यार। ਹਾਂਜੀ 2h ਵਾਲਾ ਫਾਰਮੂਲਾ ਆਪਾਂ ਡਿਰਾਈਵ ਕੀਤਾ ਸੀ, ਭੁੱਲ ਗਏ? नहीं सर फॉर्मूला तो समझ आ गया ਆਹ ਦੇਖੋ ਧਿਆਨ ਨਾਲ, ਜੇ ਇਸ 'ਚ ਆਪਾਂ ਵੈਲਿਊ ਪੁੱਟ सर, ਕਰਦੇ ਹਾਂ, वैरी कि मैं करूँ ये नहीं पता लग गई। ਹਾਂ ਵੈਲਿਊ ਪੁੱਟ ਕਰਦੇ ਹਾਂ। ਲੈਟਸ ਸੇ ਆਪਣੇ ਕੋਲ h ਦੀ ਵੈਲਿਊ 10 ਕਿਲੋਮੀਟਰ ਹੈ ਤਾਂ 20/6400 ਹੋ ਗਿਆ। ਇਹ ਨੋਟ ਨਾ ਕਰਿਓ ਚਾਹੇ ਜੋ ਮੈਂ ਦੱਸ ਰਿਹਾ। ਤਾਂ ਆਪਣੇ ਕੋਲ ਇਸ ਸਰ ਜਗ੍ਹਾ ਤੇ ਹੋਊਗਾ ਹਾਂਜੀ ਕੀ ਬੋਲ ਰਿਹਾ ਅਰੁਣ? ਸਰ h ਦੀ ਵੈਲਿਊ 10 ਹੈ। h ਦੀ ਵੈਲਿਊ 10 ਆਪਣੇ ਵੱਲੋਂ ਲਿੱਤੀ ਹੈ ਕੋਈ ਵੀ ਦੱਸਣ ਠੀਕ ਵਾਸਤੇ, ਹੈ ਸਰ। ਤੇ ਇਸ ਦੀ ਵੈਲਿਊ ਬਣ ਜਾਓ ਆਪਣੇ ਕੋਲ 2/6400 ਜੀ। ਇਹ ਹੋਗੀ ਕਿ ਹਾਈਟ ਨਾਲ ਇੰਨੀ ਵੈਲਿਊ ਚੇਂਜ ਕਰੂ। ਜੇ ਆਪਾਂ ਡੈਪਥ ਦੀ ਗੱਲ ਕਰਦੇ ਹਾਂ ਤਾਂ ਡੈਪਥ ਨਾਲ ਕਿੰਨੀ ਵੈਲਿਊ ਚੇਂਜ ਕਰੂ? ਡੈਲਟਾ ਜੀ ਇਜ਼ ਇਕੁਅਲ ਟੂ 1 km/6400 ਕਿਲੋਮੀਟਰ ਇਨਟੂ ਜੀ। ਹੁਣ ਧਿਆਨ ਨਾਲ ਦੇਖੋ, ਯੈਲੋ ਵਾਲੀ ਟਰਮ ਛੋਟੀ ਹੈ ਕਿ ਬਲੂ ਵਾਲੀ ਟਰਮ? टू बाई 6400 ਵੱਡਾ ਹੁੰਦਾ ਕਿ 1/6400 ਵੱਡਾ ਹੁੰਦਾ? ਤੇ 2/6400 ਆ ਚੀਜ਼ ਕਲੀਅਰ ਹੈ? ਤਾਂ ਡੈਲਟਾ ਜੀ ਕੀ ਹੈ? डिक्रीज है। स्टेटमेंट पढ़ो, एक्सेलरेशन ड्यू टू ग्रेविटी डिक्रीजेज मोर, एक्सेलरेशन ड्यू टू ग्रेविटी डिक्रीजेज मोर विद हाइट। मतलब विद हाइट ਉਹਦਾ ਇਫੈਕਟ ਹੈ 2/6400, विद ਡੈਪਥ ਉਹਦਾ ਇਫੈਕਟ ਹੈ 1/6400। ਹੁਣ ਕਲੀਅਰ? ਡੈਪਥ ਦੇ ਵਿੱਚ ਫਰਕ ਘੱਟ ਪਊਗਾ, ਹਾਈਟ ਦੇ ਵਿੱਚ ਫਰਕ ਜ਼ਿਆਦਾ ਪਊਗਾ। ਸਰ ਜਿਹੜਾ 20 ਵਾਲਾ 0 ਸੀ ਉਹ ਕਿੱਥੇ ਗਿਆ? ਆ ਚੱਕੋ, ਆ ਚੱਕੋ, ਇੱਕੋ ਗੱਲ ਹੈ। ਇਹ ਸਿਰਫ ਐਕਸਪਲੇਨ ਕਰ ਰਿਹਾ, ਨੋਟ ਨਹੀਂ ਕਰਨਾ ਤੁਸੀਂ ਆਹ ਵਾਲਾ ਪੋਰਸ਼ਨ। ਹੁਣ ਠੀਕ ਹੈ, 20/6400 ਜ਼ਿਆਦਾ ਹੁੰਦਾ ਕਿ 10/6400 ਜ਼ਿਆਦਾ ਹੁੰਦਾ? ਸਰ 20/6400। ਤਾਂ ਡੈਲਟਾ ਜੀ 20 ਵਾਲੇ ਨਾਲ ਜ਼ਿਆਦਾ ਹੋ ਗਿਆ। ਡੈਲਟਾ ਜੀ ਦਾ ਮਤਲਬ ਹੈ ਕਿੰਨਾ ਫਰਕ ਪਿਆ। ਤਾਂ ਹਾਈਟ ਨਾਲ ਜ਼ਿਆਦਾ ਫਰਕ ਪਿਆ ਐਸ ਕੰਪੇਅਰ ਟੂ ਡੈਪਥ। ਉਹੀ ਸਟੇਟਮੈਂਟ ਉੱਪਰ ਲਿਖੀ ਹੈ। ਹੁਣ ਕਲੀਅਰ ਸਾਰਿਆਂ ਨੂੰ? क्लियर सर। ਚਲੋ ਗੁੱਡ। ਆਹ ਵਾਲਾ ਨੋਟ ਨਾ ਕਰਿਓ, ਸਟੇਟਮੈਂਟ ਨੋਟ ਕਰਨੀ ਇਨਫ ਹੈ ਬਸ, ਬਾਕੀ ਆਪਾਂ ਕੱਲ ਡਿਸਕਸ ਕਰਦੇ ਹਾਂ। ਗੁੱਡ ਈਵਨਿੰਗ ਟੂ ਆਲ। ਨੋਟ ਹੋ ਗਿਆ? ਕਰਦਾ ਬੰਦ? सर यस सर नोटेड। ਹਾਂਜੀ ਬੱਚੇ। ਸਰ ਮੂਵਮੈਂਟ ਆਫ ਇਨਰਸ਼ੀਆ ਦੇ ਨਿਊਮੈਰੀਕਲਸ ਰਹਿੰਦੇ ਨੇ। ਕੋਈ ਚੱਕਰ ਨਹੀਂ, ਮੈਂ ਜਿਸ ਟਾਈਮ ਤੁਹਾਡੇ ਬੁੱਕ ਦੇ ਇਸ ਚੈਪਟਰ ਦੇ ਡਿਸਕਸ ਕਰੂੰਗਾ ਨਾ ਕੁਐਸਚਨ ਜੇ, ਉਸ 'ਚ ਮੈਨੂੰ ਰਿਕਾਲ ਕਰਾ ਦਿਓ, ਮੈਂ ਆਪਣਾ ਡਿਸਕਸ ਕਰ ਦੂੰਗਾ। ਕੋਈ ਚੱਕਰ ਨਹੀਂ ਹੈ ਬੱਚੇ। गुड इवनिंग सर। गुड इवनिंग टू ऑल। गुड इवनिंग सर।